ਦੇਖ ਸਕਦੇ ਹੋ ਕਿ ਕਿਵੇਂ ਮਿੱਟੀ ਦੇ ਨਾਲ ਦੀਵਾ ਤਿਆਰ ਹੋ ਰਿਹਾ, ਕਿੰਨੀ ਮਿਹਨਤ ਤੇ ਕਿੰਨੇ ਲੰਬੇ ਪ੍ਰੋਸੈਸ ਤੋਂ ਬਾਅਦ ਇੱਕ ਦੀਵਾ ਬਣਦਾ ਹੈ। ਮਿਹਨਤ ਤਾਂ ਸਰ ਜੀ ਬਹੁਤ ਹੈ ਮਿੱਟੀ ਦੇ, ਔਰ ਲੰਬਾ ਪ੍ਰੋਸੀਜਰ ਚੱਲਦਾ ਹੈ। ਪਹਿਲਾਂ ਮਿੱਟੀ ਆਉਂਦੀ ਉਹਨੂੰ ਕੁੱਟ ਕੱਟ ਕੇ ਤਿਆਰ ਕਰਦੇ ਆ ਜੀ। ਇੱਕ ਟੋਆ ਜਿਹਾ ਹੁੰਦਾ, ਟੋਏ 'ਚ ਮਿੱਟੀ ਨੂੰ ਪਾ ਕੇ ਉਹਨੂੰ ਕੱਢਦੇ ਆ, ਫਿਰ ਉਹਨੂੰ ਚੰਗੀ ਤਰ੍ਹਾਂ ਮਸਲ ਕੇ ਤਿਆਰ ਕਰਦੇ ਆ। ਫਿਰ ਉਹਦੇ ਬਾਅਦ ਹੱਥ ਨਾਲ ਉਹਨੂੰ ਮਲਦੇ ਆ, ਉਹਦੇ ਬਾਅਦ ਮਿੱਟੀ ਚੱਕ ਤੇ ਆਉਂਦੀ, ਫਿਰ ਦੀਵਾ ਤਿਆਰ ਹੁੰਦਾ ਹੈ। ਫਿਰ ਉਹ ਸੁੱਕਦਾ ਹੈ, ਤਾਂ ਫਿਰ ਸੁੱਕਣੇ ਦੇ ਬਾਅਦ ਉਹਨੂੰ ਪਕਾ ਕੇ ਭੱਟੀ 'ਚ ਪਾਉਂਦੇ ਆ, ਤਾਂ 3-4 ਦਿਨ ਬਾਅਦ ਦੀਵਾ ਪੱਕ ਕੇ ਬਾਹਰ ਆਉਂਦਾ ਹੈ। ਤੋਂ ਬਾਅਦ ਜਿਹੜਾ ਪੇਂਟ ਵਗੈਰਾ ਕੀਤਾ ਜਾਂਦਾ ਉਹਨੂੰ ਹੋਰ ਖੂਬਸੂਰਤ ਦੀਵਾ ਬਣਾ ਪੱਕ ਜਾਂਦਾ, ਉਹਦੇ ਬਾਅਦ ਉਹਨੂੰ ਭੱਟੀ 'ਚੋਂ ਕੱਢ ਕੇ ਉਹਨੂੰ ਧੋ ਕੇ ਸੁਕਾਉਂਦੇ ਆ, ਉਹਦੇ ਬਾਅਦ ਉਹਨੂੰ ਪੇਂਟ ਕਰਦੇ ਆ। ਇੱਕ ਦੀਵੇ ਦਾ ਇੰਨੇ ਕੰਮ ਹੈ ਜੀ। ਹੁਣ ਵੀ ਲੋਕੀ ਇੱਦਾਂ ਦੇ ਉਹ ਕਹਿੰਦੇ ਨੇ ਹੈ ਤਾਂ ਮਿੱਟੀ ਹੋ, ਇਹ ਤਾਂ ਜੀ ਬਹੁਤ ਲੋਕੀ ਕਹਿੰਦੇ ਨੇ ਕਿ ਬਈ ਹੈ ਤਾਂ ਮਿੱਟੀ ਦਾ ਹੀ ਦੀਆ, ਮਿੱਟੀ ਇੰਨੀ ਮਹਿੰਗੀ ਕਿੱਦਾਂ ਹੋ ਗਈ, 20 ਦਾ ਵੇਚਦੇ ਆ। ਤਾਂ ਕਹਿੰਦੇ ਲੋਕੀ ਕਹਿੰਦੇ 20 ਵਾਲੇ ਦੀਵੇ ਨੂੰ 10 ਲੈ ਲਓ, 5 ਲੈ ਲਓ। ਬਾਕੀ ਇੰਨਾ ਜਾਣਦੇ ਨਹੀਂ ਕਿ ਵੀ ਮਿਹਨਤ ਕਿੰਨੀ ਹੁੰਦੀ ਹੈ ਇਸ 'ਤੇ। ਔਰ ਸਾਲ ਭਰ ਦਾ ਤਿਉਹਾਰ ਹੈ ਤਾਂ ਵੀ ਅੱਗੇ ਤੋਂ ਇਹਨੂੰ ਘੱਟੋ ਘੱਟ 4 ਦਿਨ ਲੱਗਣੇ। 4 ਦਿਨ 'ਚ ਜਾ ਕੇ ਠੰਡੀ ਹੋ ਗਈ। ਹੁਣ ਤੁਸੀਂ ਇਹ ਦੇਖ ਲਓ, ਅਸੀਂ ਪਰਸੋਂ ਲਾਣੀ ਸ਼ੁਰੂ ਕੀਤੀ ਹੈ, ਕੱਲ੍ਹ ਜਾ ਕੇ ਅੱਗ ਦਈ ਜਾਂਦੀ। ਹੁਣ ਇਹ ਦੇਖ ਲਓ ਦੀਵਾਲੀ ਕਦ ਆਉਣੀ ਹੈ। ਦੀਵਾਲੀ ਦੇ ਮੌਕੇ ਦੇ ਉੱਤੇ ਇੱਥੇ ਬੰਪਰ ਸ਼ਾਪਿੰਗ ਹੋਈ ਹੈ, ਪੂਰੀ ਬੋਰੀ ਜਿਹੜੀ ਹੈ ਭਰ ਲਈ ਹੈ। भारतीय हैं, मिट्टी से जुड़े हैं। मिट्टी के बर्तन, अपना देसी बर्तन जो भी है, दिए हो, कुल्हड़ हो, जो भी है, हम मिट्टी के ही यूज करें ज़्यादा से ज़्यादा। ਦੀਵਿਆਂ ਦੀ ਦੀਵਾਲੀ ਹੁੰਦੀ ਹੈ। दीवियों की दिवाली होती है, घरों से हाथों से बना कर लाते हैं, अपनी मेहनत करके लाते हैं। नहीं कि हर यूज़ करे, हर आदमी यूज़ करे, इन दीवों को यूज़ करे। ਅਸੀਂ ਤੇ ਦੀਵੇ ਜਲਾਣੇ ਨੇ, ਤੇਲ ਪਾਣਾ ਹੈ, ਸੋਨਾ ਨਾਲੇ ਉਹ ਰੈਗੂਲਰ ਜਿਸ ਤਰ੍ਹਾਂ ਆਸ-ਪਾਸ ਸਾਰੇ ਜ਼ਿਆਦਾ ਡੈਕੋਰੇਸ਼ਨ ਕਰਨੀ ਹੋਏ ਤਾਂ ਉਸ ਤਰੀਕੇ ਦੇ ਉਹ ਸਿੰਪਲ ਵੀ ਲੈ ਲਓ, ਹੈ ਨਾ ਜੀ। ਟੈਰਿਸ ਵਗੈਰਾ ਸੇ ਡੈਕੋਰੇਸ਼ਨ ਕਰ ਸਕਦੇ ਹਾਂ ਆਪਾਂ, ਥੋੜਾ ਥੋੜਾ ਗੈਪ ਦੇ ਕੇ ਚਲਾ ਸਕਦੇ ਹਾਂ। ਜੋ ਥਾਲੀ ਦੇ ਵਿੱਚ ਅਸੀਂ ਦੀਵੇ ਸਜਾ ਕੇ ਜਾਂਦੇ ਆ, ਪੂਰੀ ਛੱਤ ਰੋਸ਼ਨ ਕਰਦੇ ਆ, ਦੀਵਾਰਾਂ ਦੇ ਉੱਤੇ ਰੱਖ ਬਿਲਕੁਲ ਬਿਲਕੁਲ, ਉਹ ਤੇ ਬਹੁਤਾ ਸੋਹਣਾ ਲੱਗਦਾ ਜੀ। ਹੈ, ਮਨ ਖੁਸ਼ ਹੋ ਜਾਂਦਾ ਹੈ। ਇੱਕ ਤੇ ਸਾਰਿਆਂ ਨੇ ਇਸ ਤਰ੍ਹਾਂ ਕੀਤਾ ਹੋਊ ਤੇ ਕਰਕੇ ਤੇ ਦੇਖਣ ਕਿੰਨਾ ਸੋਹਣਾ ਲੱਗੇਗਾ, ਹੈ ਨਾ। ਸਤਿ ਸ਼੍ਰੀ ਅਕਾਲ ਜੀ, ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਸੋ ਫਾਈਨਲੀ ਦੀਵਾਲੀ ਆ ਗਈ ਹੈ। ਪਿਛਲੇ 2 ਸਾਲ ਕਰੋਨਾ ਦੇ ਕਰਕੇ ਕਿਤੇ ਨਾ ਕਿਤੇ ਦੀਵਾਲੀ ਫਿੱਕੀ ਰਹੀ ਸੀਗੀ, ਔਰ ਅੱਜ ਅਸੀਂ ਖਾਸ ਤੌਰ ਦੇ ਉੱਤੇ ਇੱਥੇ ਆਏ ਹਾਂ ਜਿੱਥੇ ਬਹੁਤ ਸਾਰੇ ਦੀਵੇ ਵਿਕਦੇ ਨੇ। ਔਰ ਹਮਦਰਦ ਟੀਵੀ ਵੱਲੋਂ ਹਮੇਸ਼ਾ ਤੁਹਾਨੂੰ ਇਹੀ ਸੁਨੇਹਾ ਹੁੰਦਾ ਹੈ ਕਿ ਤੁਸੀਂ ਦੀਵਿਆਂ ਵਾਲੀ ਦੀਵਾਲੀ ਬਣਾਓ, ਕਿਉਂਕਿ ਦੀਵਾਲੀ ਦਾ ਮਤਲਬ ਹੀ ਦੀਵਿਆਂ ਦੇ ਨਾਲ ਹੁੰਦਾ। ਤੁਸੀਂ ਉਹ ਵੀ ਸੁਣਿਆ ਹੋਵੇਗਾ, ਗੀਤ ਬੜਾ ਮਸ਼ਹੂਰ ਹੋਇਆ ਸੀ, ਸਾਡੀ ਤੂੰ ਹੀ ਹੈ ਦੀਵਾਲੀ, ਦੀਵੇ ਲਾਉਣ ਵਾਲੀ ਹੈ ਨਹੀਂ। ਸੋ ਦੀਵੇ, ਦੀਪਾਵਲੀ, ਅਸੀਂ ਅਗਰ ਹਿੰਦੂ ਧਰਮ ਦੇ ਹਿਸਾਬ ਨਾਲ ਵੀ ਦੇਖੀਏ, ਸ਼੍ਰੀ ਰਾਮ ਚੰਦਰ ਜਦੋਂ ਅਯੋਧਿਆ ਵਾਪਸ ਆਏ ਸੀ ਤਾਂ ਲੋਕਾਂ ਨੇ ਦੀਪਮਾਲਾ ਕੀਤੀ ਸੀਗੀ, ਯਾਨੀ ਕਿ ਦੀਵਿਆਂ ਦੇ ਨਾਲ ਪੂਰੀ ਜਗ੍ਹਾ ਨੂੰ ਰੋਸ਼ਨ ਕੀਤਾ ਸੀਗਾ। ਸੋ ਉਹ ਮਹੱਤਵ ਜਿਹੜਾ ਇਸ ਦੇ ਨਾਲ ਜੁੜਿਆ ਹੋਇਆ। ਇਸ ਤੋਂ ਇਲਾਵਾ ਅਗਰ ਸਿੱਖ ਧਰਮ ਦੀ ਗੱਲ ਕਰੀ ਜਾਵੇ, ਸੋ ਇਸ ਨੂੰ ਬੰਦੀ ਛੋੜ ਦਿਵਸ ਦੇ ਤੌਰ ਦੇ ਉੱਤੇ ਸਿੱਖ ਧਰਮ ਦੇ ਵਿੱਚ ਮਨਾਇਆ ਜਾਂਦਾ ਹੈ। ਸੋ ਦੀਵਿਆਂ ਦੇ ਨਾਲ ਦੀਵਾਲੀ ਰੋਸ਼ਨ ਹੁੰਦੀ ਹੈ। ਸੋ ਸਾਡੀ ਇਹੀ ਜਿਹੜੀ ਤੁਹਾਨੂੰ ਸਭ ਨੂੰ ਗੁਜ਼ਾਰਿਸ਼ ਹੈ ਕਿ ਬਹੁਤ ਸਾਰੀਆਂ ਇਲੈਕਟ੍ਰੋਨਿਕ ਲਾਈਟਾਂ ਭਾਵੇਂ ਆ ਗਈਆਂ ਹੋਣ, ਪਰ ਇਹ ਦੀਵਿਆਂ ਦਾ ਬਹੁਤ ਮਹੱਤਵ ਹੈ। ਉਸ ਦੇ ਨਾਲ ਹੀ ਨਾਲ ਇਹਨਾਂ ਦੀਵਿਆਂ ਦੇ ਨਾਲ ਇਹਨਾਂ ਲੋਕਾਂ ਦਾ ਘਰ ਪਰਿਵਾਰ ਚੱਲਦਾ ਹੈ, ਜਿਹੜੇ ਦੀਵੇ ਬਣਾਉਂਦੇ ਨੇ ਤੇ ਦੀਵੇ ਵੇਚਦੇ ਨੇ। ਇਹਨਾਂ ਦੀ ਦੀਵਾਲੀ ਵੀ ਜਿਹੜੀ ਹੈ ਰੋਸ਼ਨ ਉਦੋਂ ਹੀ ਹੁੰਦੀ ਹੈ ਜਦੋਂ ਇਹ ਦੀਵੇ ਵਿਕਦੇ ਨੇ। ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਬਹੁਤ ਸੋਹਣੇ ਸੋਹਣੇ ਜਿਹੜੇ ਦੀਵੇ ਰੱਖੇ ਹੋਏ ਨੇ। ਇੱਕ ਤੇ ਤੁਹਾਨੂੰ ਮੈਂ ਇਹ ਵੱਡਾ ਦਿਖਾਇਆ ਹੀ ਹੈ, ਕੁਛ ਆ ਵੀ ਹੈ। ਕੁਝ ਲੋਕ ਆਪਣੇ ਘਰ ਦੇ ਵਿੱਚ ਵੀ ਦੀਵਿਆਂ ਨੂੰ ਜਿਹੜਾ ਪੇਂਟ ਕਰਨਾ ਬੜਾ ਪਸੰਦ ਕਰਦੇ ਨੇ, ਇੱਦਾਂ ਕਲਰਫੁਲ ਬਣਾਉਂਦੇ ਨੇ। ਆਹ ਵੀ ਤੁਹਾਨੂੰ ਦੀਵਾ ਦਿਖਾਵਾਂਗਾ, ਇਹ ਵਾਲਾ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਜਿਹੜਾ ਦੀਵਾ ਬਣਾਇਆ। ਉਹ ਇੱਕ ਕਲਾ ਹੈ, ਜਿਸ ਕਲਾ ਦੇ ਨਾਲ ਮਿੱਟੀ ਦੇ ਨਾਲ ਇਹਨਾਂ ਦੀਵਿਆਂ ਨੂੰ ਬਣਾਇਆ ਜਾਂਦਾ ਹੈ। ਆਹ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਹੈ। ਸੋ ਇੱਕ ਤੇ ਇਹ ਕਲਾ ਨਹੀਂ ਮਰਨੀ ਚਾਹੀਦੀ। ਦੂਜੀ ਗੱਲ ਹੈ ਕਿ ਇਹਨਾਂ ਦਾ ਜਿਹੜਾ ਘਰ ਪਰਿਵਾਰ ਹੈ ਇਹਨਾਂ ਦੀਵਿਆਂ ਦੇ ਨਾਲ ਚੱਲਦਾ ਹੈ। ਸੋ ਦੀਵਾਲੀ ਦੇ ਉੱਤੇ ਇਹਨਾਂ ਦੇ ਬੱਚਿਆਂ ਦੇ ਵਿੱਚ ਵੀ ਉਦੋਂ ਹੀ ਖੁਸ਼ੀ ਮਨਾਈ ਜਾਂਦੀ ਹੈ ਜਦੋਂ ਇਹ ਦੀਵੇ ਵਿਕ ਜਾਂਦੇ ਨੇ ਤੇ ਚੰਗੀ ਕਮਾਈ ਹੋ ਜਾਂਦੀ ਹੈ। ਉਸ ਤੋਂ ਬਾਅਦ ਚੰਗੀ ਦੀਵਾਲੀ ਜਿਹੜੀ ਹੈ ਇਹਨਾਂ ਦੀ ਵੀ ਬਣਦੀ ਹੈ। ਸੋ ਆਲੇ ਦੁਆਲੇ ਤੁਸੀਂ ਦੇਖ ਸਕਦੇ ਹੋ ਸਾਡਾ ਕਲਚਰ ਵੀ ਹੈ, ਔਰ ਉਸ ਦੇ ਨਾਲ ਨਾਲ ਇਹ ਕਿਸੇ ਦੀ ਜ਼ਿੰਦਗੀ ਚਲਾਉਣ ਦਾ ਇੱਕ ਜ਼ਰੀਆ ਵੀ ਹੈ। ਸੋ ਇਸ ਲਈ ਦੀਵਿਆਂ ਦੇ ਉੱਤੇ ਅਸੀਂ ਫੋਕਸ ਕਰ ਰਹੇ ਹਾਂ ਕਿ ਦੀਵੇ ਜਿਹੜੇ ਨੇ ਉਹਨਾਂ ਦੇ ਨਾਲ ਹੀ ਤੁਸੀਂ ਦੀਵਾਲੀ ਬਣਾਓ। ਆ ਵੀ ਬੜੇ ਕਿਊਟ ਜਿਹੇ ਦੀਵੇ ਆ, ਤੁਸੀਂ ਛੋਟੇ ਛੋਟੇ ਦੇਖ ਸਕਦੇ ਹੋ। ਸੋ ਬੜੀਆਂ ਕਿਸਮਾਂ ਨੇ, ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਜਦੋਂ ਮੁਕਾਬਲਾ ਵੱਧ ਜਾਂਦਾ, ਕੰਪੀਟੀਸ਼ਨ ਵੱਧ ਜਾਂਦਾ ਮਾਰਕੀਟ ਦੇ ਵਿੱਚ, ਜਦੋਂ ਇਲੈਕਟ੍ਰੋਨਿਕ ਲਾਈਟਾਂ ਤਰ੍ਹਾਂ ਤਰ੍ਹਾਂ ਦੀਆਂ ਕਲਰਫੁੱਲ ਆ ਗਈਆਂ, ਤਾਂ ਇਹਨਾਂ ਵੱਲੋਂ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਸ ਦੇ ਵਿੱਚ ਤੁਹਾਨੂੰ ਖੂਬਸੂਰਤ ਦੀਵੇ ਜਿਹੜੇ ਆ ਉਹ ਦਿੱਤੇ ਜਾਣ। ਕਿੰਨੀ ਤਰ੍ਹਾਂ ਦੇ ਮੈਂ ਤੁਹਾਨੂੰ ਦਿਖਾ ਚੁੱਕਿਆ। ਆ ਪਿੰਕ ਕਲਰ ਦਾ ਵੀ ਹੈ ਇੱਕ, ਇਹ ਦੀਵਾ ਤੁਸੀਂ ਦੇਖ ਸਕਦੇ ਹੋ। ਇੱਕ ਆ ਯੈਲੋ ਕਲਰ ਦਾ ਵੀ ਹੈ,
ਆ ਵੀ ਤੁਸੀਂ ਦੇਖ ਸਕਦੇ ਹੋ। ਸੋ ਇਸ ਦੇ ਨਾਲ ਹੀ ਨਾਲ ਜਿਹੜੀਆਂ ਮੱਥਾ ਟੇਕਣ ਵੇਲੇ ਜਿਹੜਾ ਅਸੀਂ ਭਗਵਾਨ ਦੀਆਂ ਮੂਰਤੀਆਂ ਦੀ ਗੱਲ ਕਰਦੇ ਹਾਂ ਜਾਂ ਛੋਟੇ ਟੈਂਪਲਸ ਜਿਹੜੇ ਨੇ ਉਹ ਵੀ ਇੱਥੇ ਪਏ ਨੇ, ਤੁਸੀਂ ਇਹ ਵੀ ਖਰੀਦ ਸਕਦੇ ਹੋ। ਔਰ ਕਈ ਲੋਕ ਆਪਣੇ ਘਰ ਦੀ ਸ਼ੋਭਾ ਵਧਾਉਣ ਦੇ ਲਈ ਜਿਹੜੀ ਆ ਇੱਦਾਂ ਦੀਆਂ ਬੈਲਸ ਜਿਹੜੀਆਂ ਨੇ ਇਹ ਮਿੱਟੀ ਦੀਆਂ ਬਣੀਆਂ ਹੋਈਆਂ, ਬੜੀ ਚੰਗੀ ਲੱਗਦੀ ਹੈ ਜਦੋਂ ਵੱਜਦੀ ਹੈ ਘਰ ਦੇ ਅੰਦਰ, ਜਦੋਂ ਹਵਾ ਚੱਲਦੀ ਹੈ ਤਾਂ ਉਸ ਦੇ ਨਾਲ ਜਦੋਂ ਇਹਨਾਂ ਦੀ ਸਾਊਂਡ ਹੈਗੀ ਹੈ ਜਿਹੜੀ ਉਹ ਬਹੁਤ ਵਧੀਆ ਹੁੰਦੀ ਹੈ। ਸੋ ਇੱਕ ਪੀਸ ਜਿਹੜਾ ਹੈ ਉਹ ਫੀਲ ਕਰਵਾਉਂਦੀ ਹੈ। ਸੋ ਇਦਾਂ ਦੀਆਂ ਮਿੱਟੀ ਦੀਆਂ ਬਣੀਆਂ ਤੁਸੀਂ ਚੀਜ਼ਾਂ, ਮੂਰਤੀਆਂ, ਦੀਵੇ ਦੇਖ ਸਕਦੇ ਹੋ। ਸੋ ਸ਼ੁਰੂਆਤ ਕਰਦੇ ਹਾਂ, ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ, ਪੁੱਛਦੇ ਹਾਂ ਕਿ ਕਿੰਨੇ ਦੀਵੇ ਵਿਕ ਚੁੱਕੇ ਨੇ ਤੇ ਕਿੰਨੇ ਦੀ ਆਸ ਲਗਾਈ ਹੈ ਔਰ ਕਿਸ ਤਰੀਕੇ ਦੇ ਨਾਲ ਦੀਵੇ ਵਿਕਣ ਤੋਂ ਬਾਅਦ ਇਹ ਦੀਵਾਲੀ ਆਪਣੀ ਮਨਾਉਂਦੇ ਆ। ਆ ਜਾਓ ਗੱਲਬਾਤ ਕਰਦੇ ਹਾਂ। ਸੋ ਇੱਥੇ ਮੈਮ ਦੀਵੇ ਲੈਣ ਆਏ ਨੇ, ਟੈਂਪਲ ਵੀ ਦੇਖ ਰਹੇ ਸੀਗੇ। ਸੋ ਮੈਮ ਦੀਵਾਲੀ ਜਿਹੜੀ ਹੈ ਉਹ ਦੀਵਿਆਂ ਦੇ ਨਾਲ ਹੀ ਬਣਦੀ ਹੈ, ਸੋ ਕੀ ਕਹਿਣਾ ਚਾਹੋਗੇ ਤੁਸੀਂ? ਬਸ ਜ਼ਰੂਰੀ ਹੈ ਇਹਨਾਂ ਲਈ ਵੀ ਕਿ ਸਾਨੂੰ ਸਭ ਤੋਂ ਜ਼ਿਆਦਾ ਦੀਵੇ ਲੈਣੇ ਚਾਹੀਦੇ ਆ। ਇਹ ਵੀ ਸਾਰੀ ਮਤਲਬ ਇਹ ਸਪੈਸ਼ਲੀ ਟਾਈਮ ਇਹਨਾਂ ਲਈ ਹੈ ਕਿ ਇੰਨੀ ਮਿਹਨਤ ਕਰਦੇ ਆ, ਇੱਥੋਂ ਆ ਕੇ ਲੈਣਾ ਕਿਸ ਚਾਹੀਦਾ ਹੈ। ਲੋਕੀ ਕਹਿੰਦੇ ਨਹੀਂ ਅੱਜ ਕੱਲ੍ਹ ਤਾਂ ਬਹੁਤ ਚੀਜ਼ਾਂ ਹੈ, ਬਟ ਇਹ ਨੈਚੁਰਲ ਚੀਜ਼ ਹੈ ਜਿਹੜੀ ਇਹ ਮਿਹਨਤ ਕਰਕੇ ਦਿਖਾਉਂਦੇ ਆ ਤੇ ਇਹਨੂੰ ਜ਼ਿਆਦਾ ਸਪੋਰਟ ਕਰਨਾ ਇੱਕ ਚਾਹੀਦਾ। ਕਲਾ ਵੀ ਹੈ, ਅਸੀਂ ਬਹੁਤ ਸੋਹਣੇ ਸੋਹਣੇ ਦੀਵੇ ਦੇਖ ਰਹੇ ਸੀ। ਦੇਖੋ ਇਹਨਾਂ ਕੋਲ ਇਹ ਇਹਨਾਂ ਦੀ ਮਿਹਨਤ ਹੀ ਹੈ। ਜੇ ਤੁਸੀਂ ਇਸ ਨੂੰ ਮਿਹਨਤ ਨਾਲ ਦੇਖੋਗੇ, ਉਹਨਾਂ ਨੇ ਵੀ ਕਿੰਨਾ ਕੁਝ ਕੀਤਾ ਹੈ, ਤਾਂ ਉਸ ਹਿਸਾਬ ਨਾਲ ਦੇਖੋਗੇ, ਡਿਜ਼ਾਈਨਰ ਦੇਖੋਗੇ ਤਾਂ ਬਹੁਤ ਚੀਜ਼ਾਂ ਇੱਥੋਂ ਵੀ ਹੈ ਤੇ ਸ਼ੋਰੂਮ 'ਚ ਵੀ ਹੈ। ਤਾਂ ਫਸਟ ਪ੍ਰੈਫਰੈਂਸ ਹੈ ਕਿ ਇਹਨਾਂ ਤੋਂ ਲੈ ਕੇ ਜਾਓ। ਜਿਹੜੀ ਇੱਧਰੋਂ ਚੀਜ਼ ਸ਼ੋਰੂਮ ਤੋਂ ਜਾ ਰਹੀ ਹੈ ਤੁਸੀਂ ਸਪੈਸ਼ਲ ਇੱਥੋਂ ਚੱਕੋ ਤਾਂ ਕਿ ਇਹਨਾਂ ਦੇ ਬੱਚੇ ਵੀ ਦੀਵਾਲੀ ਮਨਾ ਹੈਲਪ ਹੋਵੇ ਤੇ ਕੱਲ ਨੂੰ ਇਹ ਵੀ ਖੁਸ਼ ਹੋਣਗੇ ਜੇ ਇਹਨਾਂ ਕੋਲ ਜ਼ਿਆਦਾ ਇਨਕਮ ਆਊਗੀ ਜੀ। ਤੇ ਤੁਸੀਂ ਹੁਣ ਤੱਕ ਕੀ ਪਸੰਦ ਕੀਤਾ? ਤੁਹਾਨੂੰ ਸਭ ਮੈਂ ਤੋਂ ਤਾਂ ਸੋਹਣੀ ਚੀਜ਼ ਆਲਰੇਡੀ ਕਿਹੜੀ ਲੈ ਲੱਗੀ? ਕੇ ਜਾ ਚੁੱਕੀ ਹਾਂ, ਲੈ ਚੁੱਕੀ ਹਾਂ। ਵੈਸੇ ਕੀ ਪਸੰਦ ਆ ਰਿਹਾ ਤੁਹਾਨੂੰ ਇੱਥੇ ਦੇਖਣ ਵਾਲੀਆਂ? ਸਾਰਾ ਕੁਝ ਹੀ ਵਧੀਆ, ਪਰ ਹੁਣ ਸਾਰਾ ਕੁਝ ਤਾਂ ਲੈ ਨਹੀਂ ਸਕਦੇ ਨਾ, ਚੀਜ਼ਾਂ ਤਾਂ ਲਿਮਿਟਿਡ ਹੀ ਲਵਾਂਗੇ। ਸੋ ਦੀਵਾਲੀ ਦੇ ਮੌਕੇ ਦੇ ਉੱਤੇ ਇੱਥੇ ਬੰਪਰ ਸ਼ਾਪਿੰਗ ਹੋਈ ਹੈ, ਪੂਰੀ ਬੋਰੀ ਜਿਹੜੀ ਹੈ ਭਰ ਲਈ ਹੈ, ਕੁਝ ਇੱਕ ਬੋਰੀ ਉੱਧਰ ਪਈ ਹੈ ਜੀ। ਸੋ ਬਹੁਤ ਵਧੀਆ ਲੱਗਿਆ ਤੁਸੀਂ ਇੱਥੋਂ ਇੰਨਾ ਸਮਾਨ ਲੈ ਰਹੇ ਹੋ। ਕੀ ਕਹਿਣਾ ਚਾਹੋਗੇ, ਕਿਉਂਕਿ ਇਹ ਪਰਿਵਾਰਾਂ ਦੇ ਘਰ ਚੱਲਦੇ ਨੇ ਜਦੋਂ ਦੀਵਾਲੀ ਆਉਂਦੀ ਹੈ, ਇਹਨਾਂ ਦੇ ਲਈ ਵੀ ਇੱਕ बड़ा चाहते हैं हम भारतीय हैं, मिट्टी से जुड़े, मिट्टी के बर्तन, अपना देसी बर्तन जो भी है, दिए हो, कुल्हड़ हो, जो भी है, हम मिट्टी के ही यूज करें ज़्यादा से ज़्यादा, क्योंकि ये जलाने के बाद अगर कुछ लोग फेंक देते प्लास्टिक का तो पोल्यूशन फैलता है। और ये मिट्टी क्या है, अगर ख़राब भी हो गई मिट्टी में जाके फिर मिट्टी बन जाती है। फिर हम इसको अपना खेती में चाहे जहाँ भी हो, मिट्टी बहुत बढ़िया है। ਹਾਂ, ਇਸ ਦੇ ਨਾਲ ਇਨਵਾਇਰਨਮੈਂਟ ਵੀ ਜਿਹੜਾ ਖਰਾਬ ਨਹੀਂ ਹੁੰਦਾ। हाँ हाँ जी। हाँ, तो माहौल अच्छा रहता है, पोल्यूशन नहीं होगा। अब हमारे गांव में बोलते थे कि दिए जब से जलाते हैं उसके बाद से मच्छर आना बंद हो जाते हैं उसके धुएं से। हाँ क्या बात है। हाँ, हम यूपी से मतलब कि जब दिया जलना चालू हो जाता है दिवाली से, तो जो मच्छर फैलते हैं ना, वो दिए के धुएं से, तेल के मच्छर खत्म हो जाते हैं जी। हाँ। ਸੋ ਬਾਜ਼ਾਰ में ਬਹੁਤ ਤਰ੍ਹਾਂ ਦੀਆਂ ਜਿਹੜੀਆਂ ਲਾਈਟਾਂ ਆ ਗਈਆਂ, ਇਹ ਸਭ ਕੁਝ ਤਾਂ ਲੋਕ ਅਟਰੈਕਟ ਹੁੰਦੇ ਨੇ ਕਿ ਉਹ ਲੈ ਲਈਏ। ਮੋਮਬੱਤੀਆਂ ਜ਼ਿਆਦਾ ਜਲਾਉਂਦੇ ਨੇ, ਦੀਏ ਜਿਹੜੇ ਘੱਟ ਜਲਾਉਂਦੇ, ਉਹਨਾਂ ਲੋਕਾਂ ਨੂੰ ਤੁਸੀਂ ਕੀ ਸੁਨੇਹਾ ਦਿਓਗੇ? अभी क्या उन लोगों को बोला जाए, अभी सब दिखावटी है, बाकी उसमें कुछ है ही नहीं। थोड़ा सा 2-4 घंटे के लिए थोड़ा सा अच्छा लगता है, लेकिन वो तो सब एक तो झड़ियाँ लेते हैं, झड़ियाँ उसमें लाइट के बिल बढ़ जाते हैं, इससे ज़्यादा महंगे पड़ जाते हो। वो 200-300 रुपये की एक झड़ियाँ लेंगे, 2 मीटर की पड़ती है। ये 200 रुपये की मिट्टी के दिए लेंगे तो पूरा एक 10x12 का कवर हो जाएगा। और इनके परिवार भी चलते हैं, इनके लिए भी हाँ, दिवाली है, सबसे बड़ी इनके बात बच्चे है कि खुश होंगे जब पैसा आता है ये तो। हमारा एक छोटा सा एक संदेश है कि यहाँ पे जैसे कि हम लोग इतना ज़्यादा इलेक्ट्रिकल इक्विपमेंट या अपना ये मोमबत्तियों पे जितना पैसा बर्बाद कर रहे हैं, तो इससे ये है कि हमारे जो गरीब भाई हैं इनके लिए अच्छा रहेगा कि हम इनके थोड़ा सा टाइम सस्पेंड करके थोड़ा सा कुछ थोड़ा भी मटेरियल हम लें, तो उनका भी थोड़ा पेट चल पड़ेगा, अपना पेट भरने के लिए उनका भी बच्चे पल जाएंगे, दिवाली मना लेंगे। और उससे हमारे को बहुत खुशी है कि हमारी तरफ से इनका भी अच्छा। क्या बात है। तो आपने ये लिया है, ये किस तरह से इस्तेमाल करने वाले हैं आप इसको? एक्चुअली ये हमने अपना हयात रेजेंसी होटल के लिए लिया है। अच्छा। तो हमारे जो सीईओ साहब हैं मिस्टर अनिल मल्होत्रा, उनके कुछ इवेंट चालू हैं, उसमें हम यूज करेंगे ये। क्या बात है। इसमें हम खाने के लिए कुछ सिस्टम डालेंगे जिससे कि गेस्ट हैं, जो हमारे गेस्ट हैं, वो अच्छा समझते हैं कि कच्ची मिट्टी के चीज़ों में हम इसको टेस्ट करेंगे कैसा अच्छा लगता है। क्या बात है। ਸੋ ਬਹੁਤ ਬੜੀਆ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਔਰ ਇਸੇ ਤਰੀਕੇ ਦੇ ਨਾਲ ਜਿਹੜਾ ਹੈ ਆਪਣੇ ਕਲਚਰ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ, ਕਿਉਂਕਿ ਸਾਡੇ ਕਲਚਰ ਦਾ ਵੀ ਹਿੱਸਾ ਹੈ। ਸਾਡੇ ਅਗਰ ਦੀਵਾਲੀ ਦਾ ਅਸਲੀ ਮਹੱਤਵ ਦੇਖੀਏ ਤਾਂ ਦੀਵਿਆਂ ਦੀ ਹੀ ਦੀਵਾਲੀ ਹੁੰਦੀ ਹੈ। हाँ हाँ हाँ, सही बात है। ਜੀ, ਬਹੁਤ ਬਹੁਤ ਧੰਨਵਾਦ ਸਰ। धन्यवाद सर। ਕੀ ਕਹਿਣਾ ਚਾਹੋਗੇ ਜੀ? ਦੀਵਿਆਂ ਦੀ ਦੀਵਾਲੀ ਹੁੰਦੀ ਹੈ। दीवियों की दिवाली होती है, उससे प्रदूषण कम होता है
और आने वाले टाइम में जैसे और भी इन लोगों की दिवाली बन जाए, घरों से हाथों से बना कर लाते हैं, अपनी मेहनत करके लाते हैं, न कि हर यूज़ करे, हर आदमी यूज़ करे, इन दीवों को यूज़ करे ਜੀ ਔਰ ਪੋਲਿਊਸ਼ਨ ਤੋਂ ਕਿਵੇਂ ਦੀਵੇ ਬਚਾਉਂਦੇ ਨੇ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? इससे जो भी मच्छर मक्खी मलेरिया बीमारी है, वो जो मच्छर होते हैं इनमें सरों का तेल डाला जाता है और उन तेल से जो धुआं उत्पन्न होती है वो जो भी बीमारी है उसको दूर करती है। जी और उसके साथ ये मिट्टी के ही हैं तो मिट्टी में मिल जाएंगे, कोई इन्वायरमेंट को भी नुकसान? इनको इन्वायरमेंट को कोई नुकसान नहीं होगा जी ये हम अपने घर में सालों साल रख सकते हैं, मोमबत्ती को नहीं रख सकते, उससे प्रदूषण ज़्यादा होता है। ਸੋ ਇੱਥੇ ਦੇਖ ਰਹੇ ਹਾਂ ਅਸੀਂ ਕਿ ਬੜੇ ਚਾਵਾਂ ਦੇ ਨਾਲ ਦੀਵੇ ਖਰੀਦੇ ਜਾ ਰਹੇ ਨੇ। ਸੋ ਅਸੀਂ ਦੀਵੇ ਪਸੰਦ ਕਰ ਰਹੇ ਸੀਗੇ, ਮੈਂ ਕਿਹਾ ਚਲੋ ਜਾਣ ਲਈਏ ਕਿ ਅਗਰ ਦੀਵੇ ਲੈਣ ਆਏ ਹੋ ਤਾਂ ਦੀਵਿਆਂ ਦਾ ਕੀ ਮਹੱਤਵ ਤੁਸੀਂ ਸਮਝਦੇ ਹੋ ਆਪਣੀ ਜ਼ਿੰਦਗੀ ਦੇ ਵਿੱਚ? ਐਕਚੁਅਲੀ ਅਸੀਂ ਤੇ ਮੈਂ ਹੋਰਾਂ ਦਾ ਤਾਂ ਨਹੀਂ ਪਤਾ, ਮੇਰੇ ਹਿਸਾਬ ਨਾਲ ਤੇ ਮੈਨੂੰ ਇਹ ਠੀਕ ਲੱਗਦਾ ਕਿ ਆਪਾਂ ਦੀਵੇ ਜਿਹੜੇ ਨੇ ਤੇਲ ਚਲਾਉਂਦੇ ਆ, ਜਿਹੜਾ ਉਹ ਸ਼ੁਭ ਮੰਨਿਆ ਜਾਂਦਾ ਵਾ। ਘਰ ਦੇ ਐਂਟਰੈਂਸ ਤੇ ਦੀਵੇ ਜਲਾਉਣਾ ਲక్ష్ਮੀ ਦਾ ਪ੍ਰਵੇਸ਼ ਹੁੰਦਾ ਵਾ, ਅਸੀਂ ਇਸ ਚੀਜ਼ ਨੂੰ ਮੰਨਦੇ ਆ। ਇਸ ਕਰਕੇ ਦੀਵੇ ਨਾਲੇ ਪਟਾਕੇ ਪਟੂਕੇ ਤੇ ਇਨਵਾਇਰਮੈਂਟਲੀ ਸਤਿਆਨਾਸ਼ ਹੀ ਕਰਦੇ ਨੇ, ਖਰਾਬ ਕਰਦੇ ਨੇ। ਆਪਾਂ ਨੂੰ ਤੇ ਦੀਵੇ ਵਗੈਰਾ ਲਗਾ ਕੇ ਕੈਂਡਲਸ ਨਾਲ ਵੀ ਬੈਟਰ ਹੈ, ਕਿਉਂਕਿ ਕੈਂਡਲ ਵੀ ਇੱਕ ਤਰ੍ਹਾਂ ਤੋਂ ਪਲਾਸਟਿਕ ਹੀ ਚੀਜ਼ ਆ ਗਈ ਹੈ ਨਾ। ਜੀ ਤੇ ਆਪਾਂ ਨੂੰ ਦੀਵੇ ਜ਼ਿਆਦਾ ਜ਼ਰੂਰੀ ਨੇ, ਉਹ ਜ਼ਿਆਦਾ ਯੂਜ਼ ਕਰਨੇ ਚਾਹੀਦੇ। ਜ਼ਿਆਦਾ ਤੋਂ ਜ਼ਿਆਦਾ ਸਾਰਿਆਂ ਨੂੰ ਮੈਂ ਕਹੂੰਗੀ ਕਿ ਆਪਾਂ ਦੀਵੇ ਹੀ ਯੂਜ਼ ਕਰੀਏ ਐਤਕੀ ਦੀਵਾਲੀ, ਜੀ ਅਵੋਇਡ ਪਲਾਸਟਿਕ ਟਾਈਪ ਕੈਂਡਲਸ ਵਗੈਰਾ ਕੁਝ ਵੀ। ਇਸ ਬਸ ਤੋਂ ਇਲਾਵਾ ਲੋਕੀ ਨਾ ਇਲੈਕਟ੍ਰੋਨਿਕ ਲਾਈਟਾਂ ਵੱਲ ਨੂੰ ਜ਼ਿਆਦਾ ਆਕਰਸ਼ਿਤ ਹੁੰਦੇ ਨੇ, ਪਰ ਅਸੀਂ ਇਹ ਦੇਖਦੇ ਹਾਂ ਕਿ ਜਿਹੜੇ ਇਹ ਪਰਿਵਾਰ ਨੇ ਇਹ ਇਹਦੇ ਨਾਲ ਹੀ ਪਲ ਰਹੇ ਨੇ ਕਿ ਅਗਰ ਇਹ ਮਿੱਟੀ ਦੇ ਬਰਤਨ ਬਣਾਉਂਦੇ। ਹਾਂਜੀ ਹਾਂਜੀ, ਇਹ ਤੇ ਪਤਾ ਕੀ ਆ, ਮੈਂ ਤੇ ਉਹ ਵੀ ਉਹੀਓ ਗੱਲ ਹੋ ਗਈ ਇਲੈਕਟ੍ਰੋਨਿਕਸ ਵੱਲ, ਉਹ ਵੀ ਸਾਡੀ ਇਲੈਕਟ੍ਰਿਸਿਟੀ ਸੇਵ એનર્ਜੀ ਸੇਵ ਇਲੈਕਟ੍ਰਿਸਿਟੀ ਸਭ ਕੁਝ ਹੋ ਜਾਏਗਾ ਹੈ ਨਾ। ਨਾਲੇ ਦੀਵੇ ਜਿੰਨਾ ਜਲਾਵਾਂਗੇ ਵੱਧ ਤੋਂ ਵੱਧ ਇਹਨਾਂ ਨੂੰ ਵੀ ਅਰਨਿੰਗ ਹੋਏਗੀ। ਛੋਟੇ ਜਿਹੜੇ ਲੋਕ ਨੇ, ਆਮ ਗਰੀਬ ਲੋਕ ਨੇ, ਉਹਨਾਂ ਨੂੰ ਵੀ ਰੁਜ਼ਗਾਰ ਮਿਲਦਾ, ਉਹਨਾਂ ਨੂੰ ਵੀ ਮੌਕਾ ਮਿਲਦਾ ਥੋੜਾ ਬਹੁਤਾ ਪੈਸੇ ਕਮਾਈ ਕਰਨ ਦਾ। ਨਹੀਂ ਤਾਂ ਉਹ ਵੀ ਵਿਚਾਰੇ ਦੇਖਦੇ ਰਹਿੰਦੇ ਨੇ ਨਾ ਕਿ ਸਾਨੂੰ ਕੋਈ ਹੋਰ ਮੌਕਾ। ਉਹ ਤਾਂ ਹੁਣ ਵੱਡੇ ਵੱਡੇ ਕੰਮ ਤਾਂ ਕਰ ਨਹੀਂ ਸਕਦੇ, ਛੋਟੇ ਮੋਟੇ ਕੰਮ ਕਰਕੇ ਕਈ ਵਾਰੀ ਉਹਨਾਂ ਨੂੰ ਇਹੋ ਜਿਹਾ ਤਿਉਹਾਰ ਇਦਾਂ ਦੇ ਨੇ ਕਿ ਇਹੋ ਜਿਹੇ ਕੰਮ ਕਰਕੇ ਵੀ ਉਹਨਾਂ ਨੂੰ ਥੋੜਾ ਜਿਹਾ ਕਮਾਈ ਹੋ ਜਾਂਦੀ ਹੈ। ਤਾਂ ਆਪਣੇ ਪਰਿਵਾਰ ਪਾਲਣਾ ਤੇ ਉਹਨਾਂ ਨੂੰ ਤੇ ਥੋੜਾ ਪੈਸੇ ਦੀ ਲੋੜ ਨਾਲੇ ਇਹਨਾਂ ਦੀ ਦੀਵਾਲੀ, ਇਹਨਾਂ ਦੇ ਬੱਚਿਆਂ ਦੀ ਦੀਵਾਲੀ ਵੀ ਜਿਹੜੀ ਹੈ ਸ਼ੁਭ ਹੋ ਜਾਏਗੀ। ਉਹਨਾਂ ਦੇ ਘਰ 'ਚ ਹੀ ਪੈਸਾ ਆਊਗਾ ਤਾਂ ਖੁਸ਼ੀ ਉਹ ਹੀ ਮਨਾ ਸਕਦੇ ਨੇ ਨਾਲੇ ਇਹਦੇ ਨਾਲ। ਜੀ ਤੇ ਚਲੋ ਪੈਸਾ ਕਿਸੇ ਦੇ ਵੀ ਘਰ 'ਚ ਆਉਂਦਾ ਤਾਂ ਖੁਸ਼ੀ ਮਨਾਉਂਦੇ ਨੇ ਸਾਰੇ। ਹੁਣ ਇਹ ਗਰੀਬ ਲੋਕ ਨੂੰ ਤਾਂ ਜਿੱਦਾਂ ਦਾ ਉਹਨਾਂ ਦਾ ਕੰਮ ਆ, ਹੁਣ ਇਹਨਾਂ ਦਾ ਇਹੀ ਤਿਉਹਾਰ ਦੇ ਵਿੱਚ ਇਹੀ ਚੀਜ਼ਾਂ ਜ਼ਿਆਦੀਆਂ ਵਿਕਣਗੀਆਂ, ਤੇ ਜ਼ਿਆਦਾ ਵਿਕਣਗੀਆਂ ਤਾਂ ਉਹ ਵੀ ਘਰ 'ਚ ਖੁਸ਼ੀ ਮਨਾ ਸਕਦੇ ਨੇ, ਖੁਸ਼ੀ ਕਰ ਸਕਦੇ ਨੇ। ਤੁਹਾਨੂੰ ਕਿਹੜੇ ਕਿਹੜੇ ਦੀਵੇ ਪਸੰਦ ਆਏ? ਬੜੀ ਤਰ੍ਹਾਂ ਦੇ ਦੀਵੇ ਇੱਥੇ ਪਏ ਨੇ, ਅਗਰ ਤੁਹਾਡੀ ਅੱਖਾਂ ਨੂੰ ਆਕਰਸ਼ਿਤ ਕਰਦੇ ਹੋਣ ਤਾਂ ਕਿਹੜੇ ਦੀਵੇ ਜ਼ਿਆਦਾ ਆਕਰਸ਼ਿਤ ਕਰ ਰਹੇ ਨੇ? ਮੈਂ ਮੋਸਟਲੀ ਇਸ ਟਾਈਪ ਦੇ ਯੂਜ਼ ਕਰਦੀ ਹਾਂ, ਜਿਸ ਤਰ੍ਹਾਂ ਇਹ ਨੇ ਥੋੜੇ ਡਿਜ਼ਾਈਨਰ ਜੇ ਐਂਟਰੈਂਸ ਡੋਰ ਚੱਕ ਲਓ, ਚੱਕ ਲਓ। ਆ ਜਿਹੜੇ ਹਾਂਜੀ ਥੋੜੇ ਕਈ ਇਹ ਕਲਰਸ ਬਹੁਤ ਵਾਲੇ ਵੀ ਵਧੀਆ। ਹੁੰਦੇ ਨੇ। ਮੈਨੂੰ ਜੀ। ਮੋਸਟਲੀ ਇਹੋ ਜਿਹੇ ਜ਼ਿਆਦਾ ਪਸੰਦ ਨੇ, ਸਿੰਪਲ ਸੋਬਰ ਤੇ ਬਾਸੀ ਤੇ ਦੀਵੇ ਜਲਾਣੇ ਨੇ, ਤੇਲ ਪਾਣਾ ਹੈ, ਸੋਨਾ। ਨਾਲੇ ਉਹ ਰੈਗੂਲਰ ਜਿਸ ਤਰ੍ਹਾਂ ਆਸ-ਪਾਸ ਸਾਰੇ ਜ਼ਿਆਦਾ ਡੈਕੋਰੇਸ਼ਨ ਕਰਨੀ ਹੋਏ ਤੇ ਉਸ ਤਰੀਕੇ ਦੇ ਉਹ ਸਿੰਪਲ ਵੀ ਲੈ ਲਓ ਹੈ ਨਾ। ਜੀ ਟੈਰਿਸ ਵਗੈਰਾ ਸੇ ਡੈਕੋਰੇਸ਼ਨ ਕਰ ਸਕਦੇ ਹਾਂ ਆਪਾਂ, ਥੋੜਾ ਥੋੜਾ ਗੈਪ ਦੇ ਕੇ ਚਲਾ ਸਕਦੇ ਹਾਂ। ਨਾਲੇ ਦੀਵੇ ਫਿਊਜ਼ ਵੀ ਨਹੀਂ ਹੁੰਦੇ ਜਦੋਂ ਮੱਧਮ ਹੋਣ ਲੱਗਿਆ। ਗਈ ਤੇ ਸਾਨੂੰ ਉਹ ਟੈਨਸ਼ਨ ਨਹੀਂ ਆ ਇਹਦੇ ਚ, ਜਿਹੜਾ ਮਿਟ ਗਿਆ ਆਪਾਂ ਜਲਾ ਲੈਣਾ ਹੈ ਨਾ, ਤੇਲ ਹੋਰ ਪਾਓ ਤੇ ਜਲਾਓ। ਅੱਛਾ, ਉਹ ਚੀਜ਼ ਜ਼ਿਆਦਾ ਵਧੀਆ ਲੱਗਦੀ ਹੈ ਜਦੋਂ ਥਾਲੀ ਦੇ ਵਿੱਚ ਅਸੀਂ ਦੀਵੇ ਸਜਾ ਕੇ ਜਾਂਦੇ ਆ, ਪੂਰੀ ਛੱਤ ਰੋਸ਼ਨ ਕਰਦੇ ਆ, ਦੀਵਾਰਾਂ ਦੇ ਉੱਤੇ ਬਿਲਕੁਲ ਬਿਲਕੁਲ, ਉਹ ਤੇ ਬਹੁਤਾ ਸੋਹਣਾ ਲੱਗਦਾ ਹੈ, ਜੀ। ਮਨ ਖੁਸ਼ ਹੋ ਜਾਂਦਾ ਹੈ। ਇੱਕ ਤੇ ਸਾਰਿਆਂ ਨੇ ਇਸ ਤਰ੍ਹਾਂ ਕੀਤਾ ਹੋਊ ਤੇ ਕਰਕੇ ਤੇ ਦੇਖਣ ਕਿੰਨਾ ਸੋਹਣਾ ਲੱਗੇਗਾ ਹੈ ਨਾ। ਛੱਤ ਪੁਰਾਣੇ ਟਾਈਮ 'ਚ ਅਸੀਂ ਇਦਾਂ ਹੀ ਦੀਵਾਲੀ ਮਨਾਉਂਦੇ ਸੀਗੇ। ਕੋਈ ਪੁਰਾਣੀ ਯਾਦ ਤੁਹਾਨੂੰ ਆਉਂਦੀ ਹੈ ਦੀਵਿਆਂ ਦੇ ਨਾਲ ਜੁੜੀ, ਕੋਈ ਬਚਪਨ ਦੀ ਜਾਂ ਕੋਈ ਖਾਸ? ਬਚਪਨ ਦੇ ਵਿੱਚ ਵੀ ਸਾਡੇ ਜ਼ਿਆਦਾ ਤਾਂ ਇਹੀ ਤਰ੍ਹਾਂ ਦੇ ਦੀਵੇ ਜਿਹੜੇ ਨਾਰਮਲੀ ਨੇ, ਇਹੀ ਜ਼ਿਆਦਾ ਦੀਵੇ ਚਲਾਉਂਦੇ ਸੀ। ਹੋਰ ਤਾਂ ਇਦਾਂ ਦੇ ਡਿਜ਼ਾਈਨ ਜਿਵੇਂ ਜ਼ਿਆਦਾ ਅੱਜ ਕੱਲ੍ਹ ਆ ਗਏ ਨੇ, ਇਹ ਵੀ ਤਾਂ ਹੁੰਦੇ ਹੀ ਨਹੀਂ ਸੀ ਵੈਸੇ। ਜੀ ਬਸ ਇਹੀ ਸੀ ਕਿ ਤੇਲ ਦੇ ਨਾਲ ਥੋੜਾ ਜਿਹਾ ਭਰ ਕੇ ਇਹਨਾਂ ਨੂੰ ਨਾ ਤਾਂ ਮੋਮਬੱਤੀਆਂ ਵਗੈਰਾ ਅੱਜ ਕੱਲ੍ਹ ਚੱਲਦੀਆਂ ਨੇ, ਕੈਂਡਲਸ ਵਗੈਰਾ ਇਹ ਵੀ ਨਹੀਂ ਹੁੰਦੀਆਂ ਸੀ। ਜ਼ਿਆਦਾ ਦੀਵਿਆਂ ਦਾ ਹੀ ਇਸਤੇਮਾਲ ਕੀਤਾ ਜਾਂਦਾ ਸੀ ਸਾਰਿਆਂ ਦਾ ਹੀ। ਚਲੋ, ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਤੁਹਾਡੀ ਵੀ ਦੀਵਾਲੀ ਜਿਹੜੀ ਹੈ ਉਹ ਸ਼ੁਭ ਰਹੇ। ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ। ਯੂ ਹੈਪੀ ਦੀਵਾਲੀ, ਹੈਪੀ ਦੀਵਾਲੀ ਸਾਰਿਆਂ ਨੂੰ ਹੈਪੀ ਦੀਵਾਲੀ। ਸੋ ਇੱਕ ਭਾਰਤੀ ਸੱਭਿਆਚਾਰ ਕਲਾ ਦਾ ਨਮੂਨਾ ਦੀਵੇ ਜਾਂ ਫਿਰ ਮਿੱਟੀ ਦੇ ਬਰਤਨ, ਬਹੁਤ ਸਾਰੀ ਕਲਾਕ੍ਰਿਤੀਆਂ ਜਿਹੜੀਆਂ ਇੱਥੇ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਪਈਆਂ ਨੇ। ਇਹ ਬਣਦੀਆਂ ਕਿਵੇਂ ਨੇ, ਇਹ ਪਰਿਵਾਰ ਕਿੰਨੀ ਮੁਸ਼ਕਲ ਦੇ ਨਾਲ, ਕਿੰਨੇ ਲੰਬੇ ਪ੍ਰੋਸੈਸ ਦੇ ਨਾਲ ਇਸ ਨੂੰ ਬਣਾਉਂਦੇ ਨੇ ਤੇ ਉਸ ਤੋਂ ਬਾਅਦ ਇਹ ਦੀਵੇ ਸਜਾ ਕੇ ਤੁਹਾਡੇ ਤੱਕ ਪਹੁੰਚਾਉਂਦੇ ਨੇ ਤਾਂ ਕਿ ਤੁਸੀਂ ਆਪਣਾ ਘਰ ਰੋਸ਼ਨ ਕਰ ਸਕੋ, ਆਪਣੀ ਦੀਵਾਲੀ ਰੋਸ਼ਨ ਕਰ ਸਕੋ। ਆ ਜਾਓ ਇੱਕ ਵਾਰੀ ਤੁਹਾਨੂੰ ਉਹ ਵੀ ਦਿਖਾਉਂਦੇ ਆ ਕਿ ਕਿਸ ਤਰੀਕੇ ਦੇ ਨਾਲ, ਕਿੰਨੀ ਮਿਹਨਤ ਦੇ ਨਾਲ ਇਹ ਦੀਵੇ ਬਣਾਏ ਜਾਂਦੇ ਨੇ ਤੇ ਉਸ ਤੋਂ ਬਾਅਦ ਇਹ ਤੁਹਾਡੇ ਤੱਕ ਪਹੁੰਚਦੇ ਨੇ।
ਸੋ ਲੋ ਜੀ, ਅਸੀਂ ਉਹ ਜਗ੍ਹਾ ਦੇ ਉੱਤੇ ਪਹੁੰਚ ਚੁੱਕੇ ਹਾਂ ਜਿੱਥੇ ਦੀਵਾ ਜਿਹੜਾ ਹੈਗਾ ਉਹ ਮਿੱਟੀ ਇਕੱਠੀ ਕਰਕੇ ਉਸ ਨੂੰ ਕਿਵੇਂ ਮਿੱਟੀ ਨੂੰ ਪ੍ਰੋਸੈਸ ਕੀਤਾ ਜਾਂਦਾ, ਉਸ ਤੋਂ ਬਾਅਦ ਦੀਵੇ ਦੀ ਸ਼ਕਲ ਦਿੱਤੀ ਜਾਂਦੀ ਆ। ਤੁਸੀਂ ਦੇਖ ਸਕਦੇ ਹੋ ਕਿ ਆ ਦੀਵੇ, ਕੱਚੇ ਦੀਵੇ ਜਿਹੜੇ ਬਣੇ ਹੋਏ ਪਏ ਨੇ। ਇਹ ਦੀਵੇ ਆਖਰਕਾਰ ਬਣਦੇ ਕਿੰਨੀ ਮਿਹਨਤ ਦੇ ਨਾਲ ਨੇ, ਉਹ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਤੇ ਉਸ ਤੋਂ ਬਾਅਦ ਤੁਹਾਡੇ ਪਰਿਵਾਰਾਂ ਤੱਕ, ਤੁਹਾਡੇ ਘਰਾਂ ਤੱਕ ਇਹ ਪਹੁੰਚਦੇ ਨੇ, ਤੁਹਾਡੇ ਘਰ ਦੀ ਰੌਣਕ ਬਣਦੇ ਨੇ। ਸੋ ਆਜੋ ਅੰਦਰ ਚੱਲਦੇ ਹਾਂ ਔਰ ਤੁਹਾਨੂੰ ਦਿਖਾਉਂਦੇ ਹਾਂ। ਇੱਥੇ ਦੇਖੋ ਦੀਵੇ ਤਿਆਰ ਹੋ ਰਹੇ ਨੇ, ਦੇਖ ਸਕਦੇ ਹੋ ਕਿ ਕਿਵੇਂ ਮਿੱਟੀ ਦੇ ਨਾਲ ਦੀਵਾ ਤਿਆਰ ਹੋ ਰਿਹਾ। ਬਹੁਤ ਵਧੀਆ ਜੀ। ਸੋ ਪਹਿਲੀ ਗੱਲ ਤਾਂ ਤੁਹਾਨੂੰ ਦੀਵਾਲੀ ਦੀ ਬਹੁਤ-ਬਹੁਤ ਮੁਬਾਰਕਾਂ। ਆਪ ਨੂੰ ਵੀ ਜੀ, ਸਭ ਨੂੰ ਸਾਰਿਆਂ ਨੂੰ ਦੀਵਾਲੀ ਦੀ ਮੁਬਾਰਕਾਂ ਜੀ। ਸੋ ਮਿੱਟੀ ਦੇ ਨਾਲ ਦੀਵੇ ਬਣਾ ਰਹੇ ਹੋ ਤੁਸੀਂ, ਬੜੇ ਸਾਲਾਂ ਤੋਂ ਇੱਥੇ ਅਸੀਂ ਦੇਖਦੇ ਆ ਰਹੇ ਹਾਂ ਕਿ ਇਹ ਘਰ ਪਰਿਵਾਰ ਜਿੰਨੇ ਵੀ ਇੱਥੇ ਬਸੇ ਨੇ ਸਾਰੇ ਉਹ ਇਸ ਕੰਮ ਦੇ ਉੱਤੇ ਨਿਰਭਰ ਕਰਦੇ ਨੇ। ਸੋ ਪਹਿਲੀ ਗੱਲ ਤਾਂ ਇਹ ਜਿਹੜੇ ਦੀਵੇ ਬਣਾਉਣ ਦਾ ਕੰਮ ਹੈ ਬੜੀ ਮਿਹਨਤ ਵਾਲਾ ਹੈ। ਸੋ ਕੀ ਸਾਡੇ ਦਰਸ਼ਕਾਂ ਨੂੰ ਦੱਸੋਗੇ ਕਿ ਕਿੰਨੀ ਮਿਹਨਤ ਤੇ ਕਿੰਨੇ ਲੰਬੇ ਪ੍ਰੋਸੈਸ ਤੋਂ ਬਾਅਦ ਇੱਕ ਦੀਵਾ ਬਣਦਾ ਹੈ? ਮਿਹਨਤ ਤਾਂ ਸਰ ਜੀ ਬਹੁਤ ਹੈ ਮਿੱਟੀ ਦੇ, ਔਰ ਲੰਬਾ ਪ੍ਰੋਸੀਜਰ ਚੱਲਦਾ ਹੈ। ਪਹਿਲਾਂ ਮਿੱਟੀ ਆਉਂਦੀ, ਉਹਨੂੰ ਕੁੱਟ ਕੱਟ ਕੇ ਤਿਆਰ ਕਰਦੇ ਆ ਜੀ। ਇੱਕ ਟੋਆ ਜਿਹਾ ਹੁੰਦਾ, ਟੋਏ 'ਚ ਮਿੱਟੀ ਨੂੰ ਪਾ ਕੇ ਉਹਨੂੰ ਕੱਢਦੇ ਆ, ਫਿਰ ਉਹਨੂੰ ਚੰਗੀ ਤਰ੍ਹਾਂ ਮਸਲ ਕੇ ਤਿਆਰ ਕਰਦੇ ਆ। ਫਿਰ ਉਹਦੇ ਬਾਅਦ ਹੱਥ ਨਾਲ ਉਹਨੂੰ ਮਲਦੇ ਆ, ਉਹਦੇ ਬਾਅਦ ਮਿੱਟੀ ਚੱਕ ਤੇ ਆਉਂਦੀ, ਫਿਰ ਦੀਵਾ ਤਿਆਰ ਹੁੰਦਾ ਹੈ। ਫਿਰ ਉਹ ਸੁੱਕਦਾ ਹੈ, ਤਾਂ ਫਿਰ ਸੁੱਕਣੇ ਦੇ ਬਾਅਦ ਉਹਨੂੰ ਪਕਾ ਕੇ ਭੱਟੀ 'ਚ ਪਾਉਂਦੇ ਆ, ਤਾਂ 3-4 ਦਿਨ ਬਾਅਦ ਦੀਵਾ ਪੱਕ ਕੇ ਬਾਹਰ ਆਉਂਦਾ ਹੈ। ਅੱਛਾ, 3-4 ਦਿਨਾਂ ਲਈ ਭੱਠੀ ਦੇ ਵਿੱਚ ਪਿਆ ਰਹਿੰਦਾ, 3-4 ਦਿਨ ਲੱਗ ਜਾਂਦੇ? 3-4 ਦਿਨ ਲੱਗ ਜਾਂਦੇ। 3-4 ਦਿਨ ਬਾਅਦ ਭੱਠੀ ਨਿਕਲਦੀ ਹੈ, ਤਾਂ ਦੀਵਾ ਪੱਕਦਾ ਜੀ। ਤੇ ਉਸ ਤੋਂ ਬਾਅਦ ਫਿਰ ਉਹਦੇ ਉੱਤੇ ਉਸ ਤੋਂ ਬਾਅਦ ਜਿਹੜਾ ਪੇਂਟ ਵਗੈਰਾ ਕੀਤਾ ਜਾਂਦਾ, ਉਹਨੂੰ ਹੋਰ ਖੂਬਸੂਰਤ ਦੀਵਾ ਪੱਕ ਜਾਂਦਾ। ਉਹਦੇ ਬਾਅਦ ਉਹਨੂੰ ਭੱਠੀ 'ਚੋਂ ਕੱਢ ਕੇ ਉਹਨੂੰ ਧੋ ਕੇ ਸੁਕਾਉਂਦੇ ਆ, ਤੇ ਬਾਅਦ ਉਹਨੂੰ ਪੇਂਟ ਕਰਦੇ ਆ। ਜਦੋਂ ਪੇਂਟ ਹੋ ਜਾਂਦਾ, ਉਹਨੂੰ ਰੈੱਡ ਜਾਂ ਗ੍ਰੀਨ, ਯੈਲੋ, ਜਿੱਦਾਂ ਮਰਜ਼ੀ ਦਾ ਪੇਂਟ ਹੋਵੇ ਉਹ ਅਸੀਂ ਕਰਦੇ ਆ। ਉਹਦੇ ਬਾਅਦ ਉਹਦੇ ਉੱਤੇ 골ਡਨ ਲਾਈਦਾ ਜੀ, 골ਡਨ ਕਲਰ, ਤਾਂ ਦੀਵਾ ਤਿਆਰ ਹੁੰਦਾ ਹੈ। ਫਿਰ ਉਹਦੀ ਪੈਕਿੰਗ ਵਗੈਰਾ ਦਾ ਪ੍ਰੋਸੀਜਰ ਚੱਲਦਾ ਜੀ। ਇੱਕ ਦੀਵੇ ਦਾ ਇੰਨੇ ਕੰਮ ਹੈ ਜੀ। ਇੱਕ ਦੀਵੇ ਦਾ ਇੰਨਾ ਕੰਮ ਹੈ, ਤੇ ਉਸ ਤੋਂ ਬਾਅਦ ਵੀ ਅਸੀਂ ਕਈ ਵਾਰ ਆ ਕੇ ਕਹਿੰਦੇ ਆ ਕਿ ਥੋੜਾ ਸਸਤਾ ਲਗਾ ਦਿਓ ਜਾਂ ਥੋੜੇ ਇਹਦੇ ਵਿੱਚ ਪੈਸੇ। ਮਾਰਕੀਟ 'ਚ ਹੁੰਦਾ ਜੀ, ਮਾਰਕੀਟ 'ਚ ਹੁਣ ਵੀ ਲੋਕ ਇੱਦਾਂ ਦੇ ਉਹ ਕਹਿੰਦੇ ਨੇ ਹੈ ਤਾਂ ਮਿੱਟੀ ਹੋ। ਸੋ ਇੰਨੀ ਮਿਹਨਤ ਤੋਂ ਬਾਅਦ ਦੀਵਾ ਬਣਦਾ ਹੈ, ਪਰ ਫਿਰ ਵੀ ਅਸੀਂ ਮਾਰਕੀਟ ਦੇ ਵਿੱਚ ਜਦੋਂ ਜਾਂਦੇ ਆ ਉਦੋਂ ਅਸੀਂ ਕਹਿੰਦੇ ਆ ਕਿ ਥੋੜੇ ਪੈਸੇ ਘਟਾ ਲਓ। ਇਹ ਵੀ ਚੱਲਦਾ। ਇਹ ਤਾਂ ਜੀ ਬਹੁਤ ਲੋਕੀ ਕਹਿੰਦੇ ਨੇ ਕਿ ਬਈ ਹੈ ਤਾਂ ਮਿੱਟੀ ਦਾ ਹੀ ਦੀਆ, ਮਿੱਟੀ ਇੰਨੀ ਮਹਿੰਗੀ ਕਿੱਦਾਂ ਹੋ ਗਈ। ਤੇ ਬਈ ਤੁਸੀਂ ਆਹ ਦੀਵਾ ਜਦੋਂ ਅਸੀਂ ਕਹਿੰਦੇ 10 ਰੁਪਏ ਦੇ ਲਾ ਲਓ, 10 ਦਾ ਦੇ ਦਿਓ, 10 ਰੁਪਏ ਦਾ ਵੇਚਦੇ ਆ, 20 ਦਾ ਵੇਚਦੇ ਆ, ਤਾਂ ਕਹਿੰਦੇ ਲੋਕੀ ਕਹਿੰਦੇ 20 ਵਾਲੇ ਦੀਵੇ ਨੂੰ 10 ਲੈ ਲਓ, 5 ਲੈ ਲਓ। ਹੁਣ ਵੀ ਬਾਰਗਨਿੰਗ ਬਹੁਤ ਹੁੰਦੀ ਲੋਕੀ, ਜੇ ਬਾਕੀ ਇੰਨਾ ਜਾਣਦੇ ਨਹੀਂ ਕਿ ਵੀ ਮਿਹਨਤ ਕਿੰਨੀ ਹੁੰਦੀ ਹੈ ਇਸ 'ਤੇ। ਔਰ ਸਾਲ ਭਰ ਦਾ ਤਿਉਹਾਰ ਹੈ ਤਾਂ ਵੀ ਬਹੁਤ ਬਾਰਗਨਿੰਗ ਹੁੰਦੀ ਹੈ ਇਸ ਸਮਾਨ ਦੇ ਉੱਤੇ। ਬਾਕੀ ਲੋਕੀ 20% ਇੱਦਾਂ ਦੇ ਵੀ ਹੈ ਜਿਹੜੇ ਕਿ ਵੀ ਪੁੱਛਦੇ ਨਹੀਂ, ਭਾ ਜਿਹੜਾ ਲਾ ਲਿਆ ਬਈ ਠੀਕ ਹੈ, ਜਿਹੜਾ ਰੇਟ ਹੈ ਉਹ ਲਾ ਲਓ ਬਈ ਆਪਣਾ, ਸਾਨੂੰ ਦੀਵੇ ਦੇ ਦਿਓ। ਸਾਰੇ ਲੋਕੀ ਵੀ ਨਹੀਂ ਕਰਦੇ ਕਿ ਵੀ ਸਾਰੇ ਬਾਰਗਨਿੰਗ ਕਰਦੇ ਆ, ਕੁਝ ਠੀਕ ਵੀ ਹੁੰਦੇ, ਕੁਝ ਪੁੱਛਦੇ ਵੀ ਆ। ਅੱਛਾ, ਕੁੱਲ ਮਿਲਾ ਕੇ ਗੱਲ ਇਹ ਹੈ ਕਿ ਗੱਲ ਇਹ ਨਹੀਂ ਹੈ ਕਿ ਮਿੱਟੀ ਮਹਿੰਗੀ ਹੋ ਗਈ ਜਾਂ ਨਹੀਂ, ਪਰ ਗੱਲ ਇਹ ਹੈ ਕਿ ਮਹਿੰਗਾਈ ਤੇ ਹਰ ਪਾਸੇ ਵੱਧ ਗਈ। ਸੋ ਇਹਨਾਂ ਦੇ ਪਰਿਵਾਰ ਜਿਹੜੇ ਨੇ ਉਹ ਇਹਨਾਂ ਦੇ ਉੱਤੇ, ਇਸੇ ਕਮਾਈ ਦੇ ਉੱਤੇ ਨਿਰਭਰ ਕਰਦੇ ਨੇ, ਔਰ ਇਹਦੇ ਨਾਲ ਹੀ ਇਹਨਾਂ ਦੀ ਵੀ ਦੀਵਾਲੀ ਜਿਹੜੀ ਹੈ ਰੋਸ਼ਨ ਹੁੰਦੀ ਹੈ। ਸੋ ਹਮੇਸ਼ਾ ਬੱਚਿਆਂ ਨੂੰ ਉਡੀਕ ਹੁੰਦੀ ਹੋਣੀ ਵੀ ਦੀਵੇ ਵੱਧ ਵਿਕਣਗੇ ਤਾਂ ਫਿਰ ਦੀਵਾਲੀ ਚੰਗੀ ਬਣ ਜੂਗੀ। ਇਹ ਤਾਂ ਜੀ ਜਿਹੜੇ ਵੀ ਦੀਵੇ ਬਣਾਉਣ ਵਾਲੇ ਉਹਨਾਂ ਦੇ ਬੱਚੇ ਸੋਚਦੇ ਵੀ ਦੀਵੇ ਵੱਧ ਬਣਨ ਤੇ ਵੱਧ ਵਿਕਣ, ਤੇ ਵੱਧ ਵਿਕੂਗੇ ਤਾਂ ਥੋੜੀ ਇਨਕਮ ਵਧੂਗੀ। ਇਹ ਸਾਲ ਭਰ ਦਾ ਤਿਉਹਾਰ ਹੈ ਸਾਡਾ, ਸਾਲ ਭਰ ਇਹਦੇ ਮੰਨ ਲਓ ਸਾਲ ਭਰ ਜਿਹੜਾ ਵੀ ਕਮਾਇਆ ਉਸ 'ਤੇ ਡਿਪੈਂਡ ਰਹਿੰਦਾ ਪਰਿਵਾਰ। ਇਹ ਉਰੇ 50-60 ਘਰ ਹੈ, ਸਾਰੇ ਮਿੱਟੀ ਦੇ ਕੰਮ ਦੇ ਉੱਤੇ ਡਿਪੈਂਡ ਕਰਦੇ ਆ। ਕੋਈ ਹੈ ਜਿਨ੍ਹਾਂ ਦੇ ਮਤਲਬ ਕੋਈ ਨੌਕਰੀ ਪੈਸਾ ਵਾਲਾ ਕੰਮ ਹੈ, ਨਹੀਂ ਬਾਕੀ 99% ਜਿਹੜੇ ਉਹ ਮਿੱਟੀ ਦੇ ਉੱਪਰ ਨਿਰਭਰ ਕਰ ਰਹੇ ਜੀ। ਅੱਛਾ, ਕਿੰਨੇ ਸਾਲਾਂ ਤੋਂ ਦੀਵੇ ਬਣਾਉਂਦੇ ਆ ਰਹੇ ਹੋ? ਕਿੰਨੇ ਸਾਲਾਂ ਤੋਂ ਇਸ ਪਿੰਡ ਦੇ ਵਿੱਚ ਰਹਿ ਰਹੇ ਹੋ? ਅਸੀਂ ਜੀ ਪਹਿਲਾਂ ਸੈਕਟਰ 25 ਰਹਿੰਦੇ ਸੀ, ਉਹਦੇ ਬਾਅਦ ਅਸੀਂ ਉਰੇ ਮਲੋਏ ਆਏ ਹਾਂ 2005-07 'ਚ। ਸਾਨੂੰ 15 ਸਾਲ ਮਲੋਏ ਉਰੇ ਹੋ ਗਏ। ਇਹ ਗੌਰਮੈਂਟ ਨੇ ਥਾਂ ਦਿੱਤੀ ਸੀ ਕੰਮ ਕਰਨ ਵਾਸਤੇ, ਆਹ ਮਿੱਟੀ ਦੇ ਭਾਂਡੇ ਬਣਾਉਣ ਵਾਸਤੇ। ਗਰਮੀ 'ਚ ਅਸੀਂ ਗਮਲੇ ਵਗੈਰਾ ਦਾ ਬਣਾਉਂਦੇ, ਦੀਵਾਲੀ 'ਚ ਦੀਵੇ ਬਣਾਉਂਦੇ। ਤੇ ਇਸ ਮਿੱਟੀ ਦੇ ਕੰਮ ਦੇ ਜਿਹੜੇ ਤੁਸੀਂ ਗਮਲੇ ਬਣਾਉਂਦੇ ਹੋ, ਦੀਵੇ ਬਣਾਉਂਦੇ ਹੋ, ਇਸ ਕਾਰੋਬਾਰ ਦੇ ਵਿੱਚ ਕਿੰਨਾ ਸਮਾਂ ਹੋ ਗਿਆ? ਕੀ ਪੁਸ਼ਤਾਨੀ ਚੱਲਦਾ ਆ ਰਿਹਾ ਹੈ ਇਹ? ਪੁਸ਼ਤਾਨੀ ਤਾਂ ਨਹੀਂ ਹੈ ਜੀ, ਅਸੀਂ ਤਾਂ ਸਾਡੇ ਫਾਦਰ ਸਾਹਿਬ ਨੇ ਤਾਂ ਕਦੇ ਕੀਤਾ ਹੀ ਨਹੀਂ ਸੀ। ਸਾਡੇ ਫਾਦਰ ਸਾਹਿਬ ਕੰਮ ਹੋਰ ਕਰਦੇ ਸੀ। ਇਹ ਅਸੀਂ ਪਹਿਲਾਂ ਹਰਿਆਣੇ ਦੇ ਰਹਿਣ ਵਾਲੇ ਆ, ਉਰੇ ਚੰਡੀਗੜ੍ਹ ਆ ਕੇ ਬਸ ਗਏ, ਉਹਦੇ ਬਾਅਦ ਆ ਮਿੱਟੀ ਦਾ ਕੰਮ ਧੀਰੇ ਧੀਰੇ ਕਰਨ ਲੱਗ ਪਏ ਜੀ। ਹਾਂ, ਤਾਂ ਸਾਡੇ ਵਰਗੇ ਜਿੱਦਾਂ ਮੈਂ ਹੈਗਾ, ਮੈਂ 2012-13 ਤੇ ਹੀ ਕੰਮ ਕਰ ਰਿਹਾ ਜੀ ਮਿੱਟੀ ਦਾ ਹੀ। 2012-15 ਤੋਂ ਮੈਂ ਬਣਾਉਣ ਲੱਗਿਆ ਸੀ, ਉਸ ਤੋਂ ਪਹਿਲਾਂ ਮੈਂ ਲੇਬਰ ਦਾ ਹੀ ਕੰਮ ਕਰਦਾ ਸੀ ਜੀ। ਸੋ ਇੱਥੇ ਬਹੁਤ ਸਾਰੇ ਪਰਿਵਾਰ ਹੋਣੇ ਜਿਹੜੇ ਕਿ ਸ਼ੁਰੂ ਤੋਂ ਕੁਮਾਰ ਨੇ, ਉਹ ਇਹੀ ਕੰਮ ਕਰਦੇ ਆ ਰਹੇ? ਇਹ ਸਾਰੇ ਕੁਮਾਰ ਨੇ ਉਰੇ ਜਿੰਨੇ ਵੀ ਆ, ਸਾਰੇ 2 ਲਾਈਨਾਂ, ਇੱਕ ਇੱਧਰਲੇ ਪਾਸੇ ਮੂੰਹ ਹੈ, ਇੱਕ ਪਿਛਰਲੇ ਪਾਸੇ ਮੂੰਹ ਹੈ। ਇਹ ਮੇਰੀ ਇੰਨੀ ਉਮਰ ਵੀ ਨਹੀਂ, ਉਸ ਤੋਂ ਵੱਧ ਉਮਰ ਵਾਲੇ ਜਿਹੜੇ ਹੈਗੇ ਕੰਮ ਕਰਨ ਵਾਲੇ, ਉਹਨਾਂ ਨੇ 50-50 ਸਾਲ ਦਾ ਐਕਸਪੀਰੀਅੰਸ ਹੋ ਲਿਆ ਮਿੱਟੀ ਦਾ ਕੰਮ ਕਰਦੇ ਹੋਏ ਜੀ। ਕੋਈ 50 ਸਾਲ ਦਾ ਪੁਰਾਣਾ ਕਾਰੀਗਰ ਹੈ, ਕੋਈ 20 ਸਾਲ ਦਾ, ਇਸ ਤਰ੍ਹਾਂ ਹੀ ਸਾਰੇ
ਜਦੋਂ ਬਾਜ਼ਾਰ ਦੇ ਵਿੱਚ ਇੰਨੀਆਂ ਲਾਈਟਾਂ ਹੋਰ ਚੀਜ਼ਾਂ ਇਲੈਕਟ੍ਰੋਨਿਕ ਆ ਗਈਆਂ, ਚਾਈਨਾ ਤੋਂ ਵੀ ਆਉਂਦੀਆਂ ਨੇ, ਕੁਝ ਇੰਡੀਆ ਦੇ ਵਿੱਚ ਵੀ ਬਣਦੀਆਂ ਨੇ, ਜਦੋਂ ਇਹ ਦੇਖਦੇ ਹੋ ਕਿ ਲੋਕਾਂ ਦਾ ਰੁਝਾਨ ਵੀ ਉਹਦੇ ਵੱਲ ਨੂੰ ਜ਼ਿਆਦਾ ਹੋਣ ਲੱਗ ਗਿਆ, ਫੈਂਸੀ ਚੀਜ਼ਾਂ ਵੱਲ ਨੂੰ, ਤਾਂ ਕਦੀ ਕਦੀ ਡਰ ਨਹੀਂ ਲੱਗਦਾ ਦਿਲ ਦੇ ਵਿੱਚ? ਕਿਉਂਕਿ ਹੁਣ ਤਾਂ ਗਮਲੇ ਵੀ ਪਲਾਸਟਿਕ ਦੇ ਆਉਣ ਲੱਗ ਗਏ, ਤਾਂ ਕਦੀ ਡਰ ਨਹੀਂ ਮਹਿਸੂਸ ਹੁੰਦਾ ਕਿ ਸਾਡਾ ਕੀ ਬਣੂਗਾ? ਡਰ ਤਾਂ ਹੋ ਗਿਆ ਇਹ। ਪਹਿਲਾਂ ਚਾਈਨੀਜ਼ ਸਮਾਨ ਜ਼ਿਆਦਾ ਆਉਂਦਾ ਸੀ, ਬਿਜਲੀ ਇਲੈਕਟ੍ਰਿਕ ਆਈਟਮਸ, ਉਹ ਪਿੱਛੇ ਬੰਦ ਹੋਈ ਤਾਂ ਹੁਣ ਪਤਾ ਨਹੀਂ ਇੰਡੀਆ 'ਚ ਬਣ ਰਹੇ ਹੈ ਜਾਂ ਬਾਹਰ ਤੇ ਆਉਂਦੇ। ਹੁਣ ਤਾਂ ਕੈਂਡਲਸ ਵੀ ਬਿਜਲੀ ਵਾਲੇ ਬਣ ਗਏ, ਦੀਵੇ ਵੀ ਬਿਜਲੀ ਵਾਲੇ ਆ ਗਏ। ਐਤਕੀ ਮੈਂ ਦੇਖਿਆ ਸੈਕਟਰ 45 'ਚ ਮਾਰਕੀਟ 'ਚ ਆਏ ਵੀ ਉਹ। ਤੇ ਬਾਕੀ ਫਰਕ ਤਾਂ ਪੈਂਦਾ ਹੀ ਹੈ ਜਦੋਂ ਖਸੇ ਬੰਦੇ ਆ ਉਹ ਦੀਵੇ ਲੈਂਦੇ ਹੋਏ ਕਹਿੰਦੇ ਬਈ ਦੀਵਾ ਬਾਲੂਗੇ ਤਾਂ ਦੀਵਾਰ ਸਾਡੀ ਖਰਾਬ ਹੋਊਗੀ, ਤੇਲ ਹੋ ਜਾਏਗਾ, ਇਹ ਹੋ ਜਾਏਗਾ। ਉਹ ਬੰਦੇ ਫਿਰ ਬਿਜਲੀ ਦੀ ਆਈਟਮਾਂ ਯੂਜ਼ ਕਰਦੇ ਨੇ। ਸੋ ਆਹ ਭੱਠੀ ਲੱਗੀ ਹੋਈ ਹੈ ਜੀ, ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕੁਝ ਦੀਵੇ ਜਿਹੜੇ ਉੱਪਰ ਨੇ, ਅਸੀਂ ਤੁਹਾਨੂੰ ਖੁੱਲੀ ਭੱਠੀ ਦਿਖਾਈ ਸੀਗੀ। ਇਸ ਦੇ ਅੰਦਰ ਦੀਵੇ ਜਿਹੜੇ ਨੇ ਮੌਜੂਦ ਨੇ ਸਾਰੇ ਰੱਖ ਕੇ ਉਸ ਤੋਂ ਬਾਅਦ ਇਸ ਨੂੰ ਰੇਤੇ ਦੇ ਨਾਲ ਢੱਕਿਆ ਜਾਂਦਾ ਹੈ। ਇੱਥੇ ਫੂਸ ਦਾ ਇਸਤੇਮਾਲ ਵੀ ਤੁਸੀਂ ਦੇਖ ਸਕਦੇ ਹੋ ਕਿ ਆਹ ਫੂਸ ਦਾ ਇਸਤੇਮਾਲ ਵੀ ਹੁੰਦਾ ਹੈ। ਸੋ ਉਸ ਤੋਂ ਬਾਅਦ ਇਹਦੇ ਵਿੱਚ ਜਿਹੜਾ ਅੱਗ ਇਸ ਤਰੀਕੇ ਨਾਲ ਭਰੀ ਜਾਂਦੀ ਹੈ, ਤੁਸੀਂ ਉੱਪਰ ਦੇਖ ਸਕਦੇ ਹੋ, ਤੇ ਕੁਝ ਧੂੰਆਂ ਨਿਕਲਣ ਦੇ ਲਈ ਵੀ ਰਸਤਾ ਬਣਾਇਆ ਗਿਆ, ਉਸ ਦੇ ਵਿੱਚੋਂ ਧੂੰਆਂ ਬਾਹਰ ਵੀ ਨਿਕਲਦਾ ਹੈ ਤਾਂ ਕਿ ਜਿਹੜੇ ਦੀਵੇ ਅੰਦਰ ਪੱਕਦੇ ਰਹਿਣ ਤੇ ਧੂੰਆਂ ਜਿਹੜਾ ਉਹ ਬਾਹਰ ਨਿਕਲਦਾ ਰਹੇ। ਸੋ 4 ਦਿਨਾਂ ਤੱਕ ਕਰੀਬ ਜਿਹੜਾ ਇਸ ਦੇ ਵਿੱਚ ਦੀਵਿਆਂ ਨੂੰ ਰੱਖਿਆ ਜਾਂਦਾ। ਉਸ ਤੋਂ ਬਾਅਦ ਦੀਵੇ ਪੱਕ ਕੇ ਜਿਹੜੇ ਨੇ 4 ਦਿਨਾਂ ਬਾਅਦ ਇਸ ਭੱਠੀ ਨੂੰ ਖੋਲ੍ਹ ਦਿੱਤਾ ਜਾਂਦਾ ਤੇ ਇਸ ਦੇ ਵਿੱਚੋਂ ਜਿਹੜੇ ਦੀਵੇ ਆ ਉਹ ਬਾਹਰ ਆ ਜਾਂਦੇ ਨੇ। ਸੋ ਇੱਥੇ ਸਾਡੇ ਨਾਲ ਮੌਜੂਦ ਨੇ, ਇਹਨਾਂ ਨੂੰ ਪੁੱਛਦੇ ਹਾਂ ਜੀ ਭੱਠੀ ਬਾਰੇ ਕੁਝ ਸਾਨੂੰ ਦੱਸ ਸਕੋਗੇ ਜੀ, ਕਿਸ ਤਰੀਕੇ ਦੇ ਨਾਲ ਤਿਆਰ ਹੁੰਦੀ ਹੈ? ਜੀ ਸੋ ਜਿੰਨਾ ਸਾਨੂੰ ਪਤਾ ਹੈ ਕਿ 4 ਦਿਨਾਂ ਤੱਕ ਤੁਸੀਂ ਇਸ ਦੇ ਵਿੱਚ ਕਰੀਬ ਜਿਹੜੇ ਦੀਵੇ ਨੂੰ ਪਕਾਉਂਦੇ ਹੋ, ਸੋ ਇੰਨਾ ਲੰਬਾ ਪ੍ਰੋਸੈਸ ਹੁੰਦਾ, ਉਸ ਤੋਂ ਬਾਅਦ ਕਿਤੇ ਜਾ ਕੇ ਦੀਵਾ ਜਿਹੜਾ ਘਰਾਂ ਤੱਕ ਪਹੁੰਚਦਾ। ਤਾਂ ਇਹ ਭੱਠੀ ਕਿਵੇਂ ਤਿਆਰ ਹੁੰਦੀ ਹੈ ਤੇ ਕਿਵੇਂ ਦੀਵੇ ਪੱਕਦੇ? ਇਹ ਪੱਠੀ ਜਦ ਤਿਆਰ ਹੋ ਜੂਗੀ ਸਾਨੂੰ ਪਤਾ ਲੱਗੇ ਕਿ ਸਾਡੀ ਪੱਠੀ ਦਾ ਮਾਲ ਤਿਆਰ ਹੈ, ਹੁਣ ਸੁੱਕ ਗਿਆ ਜੀ। ਉਹ ਤੋਂ ਬਾਅਦ ਅਸੀਂ ਬਰਾਦਾ ਮੰਗਾਣਾ ਹੈ ਬਾਹਰੋਂ, ਫਿਰ ਪਾਥੀ ਮੰਗਾਣੀ ਹੈ, ਗੋਸੇ ਬੋਲਦੇ ਜਿਨ੍ਹਾਂ ਨੂੰ, ਉਹ ਆਉਂਗੇ। ਉਹ ਤੋਂ ਬਾਅਦ ਅਸੀਂ ਜੀਰੀ ਕਹਿਣਾ, ਜੀਰੀ ਹੁੰਦੀ ਹੈ ਤਾਂ ਪਰਾਲੀ ਜਿਹੜੀ ਹੈ ਲਾਈਵ ਤੁਸੀਂ ਦੇਖੀ ਹੋਣੀ, ਫਿਰ ਇਹ ਮੰਗਾਉਂਗੇ। ਉਹ ਤੋਂ ਬਾਅਦ ਸਾਡਾ ਪ੍ਰੋਸੀਜਰ ਲੱਗੂਗਾ ਕਿ ਅਸੀਂ ਬਰਾਦਾ ਵਿਛਾਣਾ ਇਹ 'ਚ। ਅੱਛਾ, ਯਾਨੀ ਕਿ ਪੂਰਾ ਸਾਡਾ 1.5 ਦਿਨ ਦਾ ਕੰਮ ਹੋ ਜਾਂਦਾ ਇਹਨੂੰ ਛੇੜਨੇ ਦਾ। 1.5 ਦਿਨ ਤੇ ਜਾ ਕੇ ਕਿਤੇ ਪੱਠੀ ਕੰਪਲੀਟ ਹੋਊਗੀ। ਠੀਕ। ਉਹ ਤੋਂ ਬਾਅਦ ਅਸੀਂ ਅੱਗੇ ਤੋਂ ਦੇਣੀ ਹੈ, ਅੱਗੇ ਤੋਂ ਅੱਗੇ ਦੋਗੇ ਇਹਨੂੰ ਘੱਟੋ ਘੱਟ 4 ਦਿਨ ਲੱਗਣੇ। 4 ਦਿਨ 'ਚ ਜਾ ਕੇ ਠੰਡੀ ਹੋ ਗਈ। ਹੁਣ ਤੁਸੀਂ ਇਹ ਦੇਖ ਲਓ, ਅਸੀਂ ਪਰਸੋਂ ਲਾਣੀ ਸ਼ੁਰੂ ਕੀਤੀ ਹੈ, ਕੱਲ ਜਾ ਕੇ ਅੱਗ ਦਈ ਇਹਨੂੰ। ਹੁਣ ਇਹ ਦੇਖ ਲਓ ਦੀਵਾਲੀ ਕਦ ਆਣੀ ਹੈ। ਗਿਆ ਇਹ ਸਿਰਫ ਜਲਦਬਾਜ਼ੀ ਸੋਚਦਾ ਕਿ ਹੁਣ ਅਸੀਂ ਇਹਨੂੰ ਪਾੜੂਗੇ ਤਾਂ ਮਾਲ ਖਰਾਬ ਹੈ। ਸੋ ਮਤਲਬ ਬੜੀ ਮਿਹਨਤ ਤੋਂ ਬਾਅਦ, ਬੜੀ ਤਿਆਰੀ ਤੋਂ ਬਾਅਦ ਕਿਤੇ ਜਾ ਕੇ ਦੀਵਾ ਤਿਆਰ ਹੁੰਦਾ, ਫਿਰ ਕਿਤੇ ਮਾਰਕੀਟ ਦੇ ਵਿੱਚ ਪਹੁੰਚਦਾ ਲੋਕਾਂ ਦੇ ਕੋਲ। ਔਰ ਕਈ ਵਾਰ ਫਿਰ ਲੋਕ ਕਹਿ ਦਿੰਦੇ ਕਿ ਪੈਸੇ ਥੋੜੇ ਘੱਟ ਕਰ ਲਓ ਜੀ। ਲੋਕਾਂ ਨੇ ਤਾਂ ਇਹ ਕਹਿਣਾ ਕਿ ਭਾਜੀ ਕਿਆ ਇੱਕ ਦਿਨ ਦਾ ਤਿਉਹਾਰ ਹੁੰਦਾ ਹੈ, ਮੱਟੀ ਤਾਂ ਹੈ, ਉਹ ਮੱਟੀ ਕਹਿ ਕੇ ਸਾਰ ਦਿੰਦੇ ਆ। ਉਹ ਮਿਹਨਤ ਦੇਖੋ ਕਿੰਨੀ ਹੁੰਦੀ ਹੈ। ਕਿੰਨੇ ਸਾਲਾਂ ਤੋਂ ਜਿਹੜੇ ਦੀਵੇ ਬਣਾ ਰਹੇ ਹੋ? ਕੀ ਤੁਹਾਡੇ ਪਰਿਵਾਰ ਵੀ ਇੱਥੇ ਹੀ ਬਣਾਉਂਦੇ ਰਹੇ ਨੇ? ਦੇਖੋ ਜੀ 100 ਸਾਲਾਂ ਤੋਂ ਇਹੀ ਕੰਮ ਚੱਲ ਰਿਹਾ ਫਿਲਹਾਲ, ਜਿਹੜਾ ਅਸੀਂ ਕਮਾ ਰਹੇ ਇਹ 100 ਸਾਲਾਂ ਤੋਂ ਇਹੀ ਧੰਦਾ ਚੱਲ ਰਿਹਾ। ਕਿਉਂਕਿ ਜਿਹੜੇ ਪਹਿਲਾਂ ਰਾਜਾ ਮਹਾਰਾਜਾ ਹੁੰਦੇ ਤੇ ਉਹਨਾਂ ਦੇ ਵੀ ਘਰ 'ਚ ਦੀਵਾ ਹੀ ਚੱਲਦਾ ਤਾ ਜੀ। ਪਹਿਲਾਂ ਲੇਟ ਨਹੀਂ ਹੁੰਦੀ ਸੀ, ਅੱਜ ਵੀ ਦੀਵਾ ਹੀ ਚੱਲਦਾ ਦੀਵਾਲੀ ਨੂੰ। ਚਲੋ ਇਹ ਤਾਂ ਇਹ ਕਿ ਅੱਜ ਕੱਲ੍ਹ ਕੀ ਜਨਰੇਸ਼ਨ ਹੈ। ਹੁਣ ਜਿਹੜੀਆਂ ਲਾਈਟਾਂ ਆ ਗਈਆਂ, ਈਵਨ ਗਮਲੇ ਵੀ ਜਿਹੜੇ ਨੇ ਉਹ ਵੀ ਪਲਾਸਟਿਕ ਦੇ ਆਉਣ ਲੱਗ ਗਏ, ਤਾਂ ਕਦੀ ਡਰ ਨਹੀਂ ਮਹਿਸੂਸ ਹੁੰਦਾ ਕਿ ਸਾਡੇ ਪਰਿਵਾਰ ਕਿਵੇਂ ਚੱਲੇ? ਡਰ ਕਾਹਦਾ ਜੀ, ਜੋ ਨਸੀਬ 'ਚ ਲਿਖਿਆ ਹੋਈ ਹੋਣਾ ਹੈ। ਠੀਕ ਹੈ ਜੀ, ਕਿ ਮਿੱਟੀ ਦਾ ਗਮਲੇ 'ਚ ਪੌਦਾ ਖੜਾ ਹੋਊਗਾ ਪਰ ਪਲਾਸਟਿਕ 'ਚ ਹੋ ਨਹੀਂ ਸਕਦਾ, ਇੰਨੀ ਸਾਡੀ ਗਰੰਟੀ ਹੈ। ਕਿਉਂਕਿ ਮਿੱਟੀ ਦੇ ਗਮਲੇ ਨੇ ਆਕਸੀਜਨ ਦੇਣੀ ਪੌਦੇ ਨੂੰ, ਉਹ ਪਲਾਸਟਿਕ ਦੇ ਸਕਦੀ ਹੈ। ਪਲਾਸਟਿਕ ਤਾਂ ਇਹੀ ਬੰਦੇ ਨੂੰ ਕੈਂਸਰ ਕਰਕੇ ਮਾਰ ਦਿੰਦੀ ਹੈ। ਸੋ ਇਹ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਪਰਿਵਾਰ ਵੀ ਚੱਲਦੇ ਨੇ ਤੇ ਉਸ ਦੇ ਨਾਲ ਜਿਹੜਾ ਹੈਗਾ ਕਿ ਮਿੱਟੀ ਦਾ ਜਿਹੜਾ ਮਹੱਤਵ ਹੈਗਾ ਉਹ ਮਿੱਟੀ ਦਾ ਹੀ ਹੈ, ਉਹ ਤੁਸੀਂ ਕਿਸੇ ਹੋਰ ਚੀਜ਼ ਤੋਂ ਚੀਜ਼ ਨਹੀਂ ਲੈ ਸਕਦੇ। ਸੋ ਤੁਹਾਨੂੰ ਵੀ ਦੀਵਾਲੀ ਦੀ ਬਹੁਤ-ਬਹੁਤ ਮੁਬਾਰਕਾਂ, ਤੁਹਾਡੇ ਪਰਿਵਾਰਾਂ ਨੂੰ ਵੀ, ਤੇ ਤੁਹਾਡੀ ਦੀਵਾਲੀ ਸ਼ੁਭ ਰਹੇ, ਦੀਵੇ ਵਿਕਣ ਤੇ ਤੁਹਾਡੀ ਵੀ ਜਿਹੜੀ ਦੀਵਾਲੀ ਰੌਣਕ। ਥੈਂਕ ਯੂ ਜੀ, ਬਹੁਤ-ਬਹੁਤ ਧੰਨਵਾਦ। ਸੋ ਇੱਥੇ ਅਸੀਂ ਗੱਲਬਾਤ ਕੀਤੀ ਹੈ, ਇਹ ਤੁਹਾਨੂੰ ਪ੍ਰੋਸੈਸ ਦਿਖਾ ਦਿੱਤਾ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਭੱਠੀ ਦੇ ਵਿੱਚ ਦੀਵੇ ਤਿਆਰ ਹੁੰਦੇ ਨੇ ਤੇ ਉਸ ਤੋਂ ਬਾਅਦ ਇੱਥੋਂ ਨਿਕਲਦੇ ਆ। ਫਿਰ ਉਸ ਤੋਂ ਬਾਅਦ ਇਹਨਾਂ ਦੀਵਿਆਂ ਨੂੰ ਸਜਾਇਆ ਜਾਂਦਾ ਹੈ। ਅੱਜ ਕੱਲ੍ਹ ਕਿਉਂਕਿ ਜਿਹੜਾ ਦੀਵੇ ਨਿਕਲਣ ਤੋਂ ਬਾਅਦ ਇਹਨਾਂ ਨੂੰ ਸਜਾਇਆ ਜਾਂਦਾ ਇਸ ਲਈ ਕਿਉਂਕਿ ਅੱਜ ਕੱਲ੍ਹ ਲੋਕੀ ਜਿਹੜੀ ਫੈਂਸੀ ਚੀਜ਼ਾਂ ਪਸੰਦ ਕਰਦੇ ਨੇ, ਇਸ ਲਈ ਪੇਂਟ ਵੀ ਕੀਤਾ ਜਾਂਦਾ ਹੈ, ਉਹਨਾਂ ਨੂੰ ਹੋਰ ਖੂਬਸੂਰਤ ਬਣਾਇਆ ਜਾਂਦਾ। ਤਾਂ ਉਹ ਪੇਂਟ ਕਿਵੇਂ ਕੀਤਾ ਜਾਂਦਾ ਉਹ ਵੀ ਆਜੋ ਤੁਹਾਨੂੰ ਦਿਖਾਉਂਦੇ। ਸੋ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਦੀਵੇ ਜਿਹੜੇ ਨੇ ਉਹਨਾਂ ਨੂੰ ਪੇਂਟ ਕੀਤਾ ਜਾ ਰਿਹਾ ਹੈ। ਕਿਸ ਤਰੀਕੇ ਦੇ ਨਾਲ ਪੇਂਟ ਹੁੰਦਾ ਹੈ, ਜਿਹੜਾ ਉੱਪਰ 골ਡਨ ਪੇਂਟ ਹੈ ਉਹ ਤੁਸੀਂ ਦੇਖ ਵੀ ਸਕਦੇ ਹੋ ਕਿ ਉਸ ਮਸ਼ੀਨ ਦੇ ਵਿੱਚ ਜਿਹਦੇ ਨਾਲ ਪੇਂਟ ਹੁੰਦਾ ਉਹਦੇ ਵਿੱਚ ਫਿਲ ਕੀਤਾ ਗਿਆ ਤੇ ਹੁਣ ਇਸ ਦਾ ਸਪਰੇਅ ਜਿਹੜਾ ਹੈਗਾ ਉਹ ਦੀਵੇ ਦੇ ਉੱਤੇ ਕੀਤਾ ਜਾਏਗਾ। ਇਸ ਤਰ੍ਹਾਂ ਦੋ ਰੰਗ ਜਿਹੜੇ ਮਿਕਸ ਹੋ ਕੇ ਲਾਲ ਤੇ 골ਡਨ ਉਹ ਤੁਹਾਨੂੰ ਦਿਖਾਈ ਦਿੰਦਾ। ਇਸ ਤਰੀਕੇ ਦੇ ਨਾਲ ਇਹ ਤਿਆਰ ਹੁੰਦਾ। ਦੀਵਾਲੀ ਨਜ਼ਦੀਕ ਆ ਗਈ ਹੈ ਜੀ, ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਦੀਵਾਲੀ ਦੀਆਂ।
ਤੇ ਤਿਆਰੀ ਚੱਲ ਰਹੀ ਹੈ, ਕਾਫੀ ਮਿਹਨਤ ਵਾਲਾ ਕੰਮ ਲੱਗ ਰਿਹਾ। ਸੋ ਕਿੰਨੇ ਦੀਵੇ ਤਿਆਰ ਕਰ ਲੈਂਦੇ ਹੋ ਪੇਂਟ ਪੂੰਟ ਕਰਕੇ, मतलब ਕਿੰਨੇ ਜਿਹੜੇ ਆ ਇੱਕ ਦਿਨ ਦਾ ਟਾਰਗੇਟ ਹੁੰਦਾ ਹੈ? टारगेट तो सर कुछ नहीं होता इसमें, हाँ बस जब तक मतलब रात ना हो जाए तब तक ਲੱਗੇ ਹੋਏ ਆ, ਹੈ ਨਾ। ਬੜੀ ਮਿਹਨਤ ਦਾ ਕੰਮ ਹੈ, ਉਸ ਤੋਂ ਬਾਅਦ ਕਿਤੇ ਦੀਵੇ ਪਹੁੰਚਦੇ ਆ। ਤਾਂ ਇਹ ਹੁਣ ਕਿਉਂਕਿ ਇੱਕ ਫੈਂਸੀ ਲੁੱਕ ਵਾਲੀਆਂ ਚੀਜ਼ਾਂ ਮਾਰਕੀਟ ਦੇ ਵਿੱਚ ਨੇ, ਇਸ ਲਈ ਹੁਣ ਵੱਧ ਗਿਆ ਕਿ ਤਰ੍ਹਾਂ ਦੇ ਦੀਵੇ ਜਿਹੜੇ ਨੇ ਡਿਜ਼ਾਈਨ ਦੇ ਵਿੱਚ ਵੀ ਬਣਾਏ ਜਾਣ ਜਾਂ ਫਿਰ ਪੇਂਟ ਵੀ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਲੁਭਾ ਸਕਣ। हाँ ये भी है सर, पर जो आपको पता है जो नवी चीज़ें आ रही हैं अब वो ज़्यादा कामयाब नहीं है। वो आप चाहे वो बोलते हैं अपना ओल्ड इज़ गोल्ड, वही वाली बात है जी। ਜੀ हाँ जी ਸੋ ਆਪ ਲੋਕ ਅਬ ਕਿਉਂਕਿ ਅਸੀਂ ਇਹ ਦੇਖਦੇ ਸੀ ਪਹਿਲਾਂ ਤਾਂ ਇਹੀ ਕੰਮ ਹੁੰਦਾ ਸੀਗਾ, ਕਦੀ ਇਦਾਂ ਇਨਸਿਕਿਉਰਿਟੀ ਨਹੀਂ ਹੁੰਦੀ ਕਿਉਂਕਿ ਤੁਸੀਂ ਜਵਾਨ ਹੋ, ਪੜ੍ਹੇ ਲਿਖੇ ਵੀ ਲੱਗਦੇ ਹੋ, ਪੜ੍ਹਾਈ ਵੀ ਕਰ ਰਹੇ ਹੋਗੇ ਕਿ ਲਾਈਫ ਦੇ ਵਿੱਚ ਕੁਝ ਚੰਗਾ ਅੱਗੇ ਕਰਨਾ ਹੈ। ਸੋ ਕੀ ਲੱਗਦਾ ਹੈ ਤੁਹਾਨੂੰ ਕਿ ਜੇ ਇਸ ਕਿੱਤੇ ਦੇ ਵਿੱਚ ਪੈਸਾ ਨਹੀਂ ਰਹੇਗਾ ਤਾਂ ਫਿਰ ਅੱਗੇ ਕੁਝ ਹੋਰ ਦੇਖੋਗੇ ਤਾਂ ਇਹ ਕਿਤੇ ਨਾ ਕਿਤੇ ਕਲਾ ਜਿਹੜੀ ਆ ਉਹ ਖਤਮ ਹੋਣੀ ਸ਼ੁਰੂ ਹੋ ਜਾਏਗੀ? नहीं जी, ज़्यादा तो नहीं होना कि कला ख़त्म हो जाएगी, क्योंकि ये अपने हाथ की कला है, ये तो सर ख़त्म होएगी नहीं। क्योंकि जो सर मतलब जो हमारा अपना वो होता है मशीन और मतलब बंदे के हाथ का, आपको पता है आर्ट एक अलग चीज़ है। जो अपनी खुद की आर्ट है जी, वैसी का आर्ट आप मशीनों से नहीं बनवा सकते, ठीक है जी। बस यही इसमें है कि अपना जो हमारा ये है क्या, जो हम अपने हाथ से बनाते हैं मिट्टी को इतने तरह से गढ़ देते हैं, मतलब इतना उसको साइज़ दे देते हैं, क्या मतलब कह सकते हैं कि आप उसे इतना अलग अलग उसमें ढाल देते हैं। वैसे सर मशीन नहीं कर पाएगी, अगर मशीन कर पाएगी तो उसमें वो बात नहीं होगी। ਪਰ ਜੇ ਜਿਵੇਂ ਹੁਣ ਲੋਕਾਂ ਦੇ ਵਿੱਚ ਰੁਝਾਨ ਕਈ ਵਾਰੀ ਦੀਵਿਆਂ ਨੂੰ ਲੈ ਕੇ ਜਾਂ ਮਿੱਟੀ ਦੇ ਬਰਤਨਾਂ ਨੂੰ ਲੈ ਕੇ, ਗਮਲਿਆਂ ਨੂੰ ਲੈ ਕੇ ਘਟਦਾ ਜਾਂਦਾ ਹੈ, ਤਾਂ ਕਦੀ ਡਰ ਨਹੀਂ ਲੱਗਦਾ ਕਿ ਅੱਗੇ ਇਸ ਕੰਮ ਦਾ ਕੀ ਹੋਏਗਾ ਕਿ ਜੇ ਲੋਕ ਨਹੀਂ ਖਰੀਦਣਗੇ? तो चेंज किया जाऊगा सर, है कि नहीं सर। जैसे जैसे अपना ये अभी क्या है, वक्त के अनुसार चलना पड़ेगा ना सर। तो बस इसमें ਇਸੇ ਲਈ ਇਹਨਾਂ ਨੂੰ ਪੇਂਟ ਕੀਤਾ ਜਾ ਰਿਹਾ ਤਾਂ ਕਿ ਇਹ ਲੋਕਾਂ ਨੂੰ ਸੋਹਣੇ ਲੱਗਦੇ ਰਹਿਣ। हाँ 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 यही है जी। ਸੋ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲ ਕਰਨ ਲਈ, ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ। ਤੇ ਅਸੀਂ ਇਹ ਦੇਖ ਰਹੇ ਕਿ ਕਿਤੇ ਨਾ ਕਿਤੇ ਇਹ ਚੀਜ਼ ਹੈ ਕਿ ਜਿਵੇਂ ਸਮਾਂ ਬਦਲ ਰਿਹਾ, ਬਦਲਣ ਦੀ ਕੋਸ਼ਿਸ਼ ਇਹ ਵੀ ਕਰ ਰਹੇ ਨੇ ਤਾਂ ਕਿ ਤੁਹਾਨੂੰ ਹਰ ਮੌਕੇ ਦੇ ਉੱਤੇ ਜਿਹੜਾ ਉਹ ਕੁਝ ਨਵਾਂ ਦਿੱਤਾ ਜਾ ਸਕੇ। ਸੋ ਫਿਰ ਵੀ ਇੱਕ ਕੋਸ਼ਿਸ਼ ਅਗਰ ਤੁਸੀਂ ਕਰੋਗੇ ਕਿ ਅਗਰ ਤੁਸੀਂ ਮਿੱਟੀ ਦੇ ਬਣਾਏ ਦੀਵੇ ਖਰੀਦੋਗੇ, ਮਿੱਟੀ ਦੇ ਬਣਾਏ ਬਰਤਨ ਖਰੀਦੋਗੇ, ਗਮਲੇ ਖਰੀਦੋਗੇ ਤਾਂ ਉਸ ਦੇ ਨਾਲ ਇਹਨਾਂ ਦੇ ਪਰਿਵਾਰ ਵੀ ਚੱਲਦੇ ਰਹਿਣਗੇ ਔਰ ਦੀਵਾਲੀ ਤੇ ਜਿਹੜੀ ਅਸਲ ਦੀਵਾਲੀ ਹੈਗੀ ਹੈ ਉਹਦਾ ਮਹੱਤਵ ਦੀਵਿਆਂ ਦੇ ਨਾਲ ਹੀ ਹੈ। ਸੋ ਕੋਸ਼ਿਸ਼ ਕਰੋ ਕਿ ਵੱਧ ਤੋਂ ਵੱਧ ਦੀਵੇ ਖਰੀਦੋ। ਸਾਰੀ ਗੱਲਬਾਤ ਤੁਸੀਂ ਸੁਣੀ ਹੈ, ਤੁਹਾਨੂੰ ਪਤਾ ਲੱਗਿਆ ਹੋਵੇਗਾ ਕਿ ਕਿਵੇਂ ਇਨਵਾਇਰਨਮੈਂਟ ਨੂੰ ਵੀ ਜਿਹੜੇ ਆ ਦੀਵੇ ਬਚਾਉਂਦੇ ਨੇ। ਸੋ ਦੀਵਿਆਂ ਦੇ ਨਾਲ ਦੀਵਾਲੀ ਤੁਹਾਡੀ ਵੀ ਸ਼ੁਭ ਰਹੇ। ਸੋ ਇੱਥੇ ਤੁਹਾਡੇ ਤੋਂ ਇਜਾਜ਼ਤ ਲਵਾਂਗੇ, ਅੱਗੇ ਕਿਤੇ ਹੋਰ ਮੁਲਾਕਾਤ ਹੋਏਗੀ। ਤੁਹਾਨੂੰ ਸਭ ਨੂੰ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ।